चक्र चहन अर बरन जात, अर पात नहन जेह। रूप रंग अर रेख, भेख को कह न सकत के। अचल मूरत अनभव प्रकाश, अमतोज कहिजै अमितोज कहिजै। कोट इंद्र इंद्राण साहे साहाण गणिजै। त्रिभुवन महीप सुर नर असुर। नेत नेत बन तृण कहत, तब सर्ब नाम कथय कवन कर्म नाम बरनत सुमत। तब सर्ब नाम कथय कवन कर्म नाम बरनत सुमत। तू ठाकरो बैरागरो, मैं जही कण चेरी राम। तू सागरो रतनागरो, हऊँ सार न जाना तेरी राम। सार न जाना तू वड दाना, कर मेहर अम्मत साईं। किरपा कीजै सामत दीजै, आठ पहर तुद ध्याई। गर्भ न कीजै रेण होवीजै, तांगत जीअरे तेरी। सब ऊपर नानक का ठाकुर, मैं जही कण चेरी राम। सुपन चरित्र चित्र, बानक बने बचित्र। पावन पवित्र मित्र, आज मोरे आए हैं। परम दयाल लाल लोचन विशाल, मुख बचन रसाल मध मधुर पियाए हैं। सोबत सहजासन बिलासन दयंक माल। प्रेम रस बिसम होए सहज समाए हैं। चातृक शब्द सुन अखियाँ उघर गई, भई जल मीन गत बिरहा जगाए हैं। आज मोरे आए हैं। हम अवगुण भरे एक गुण नाही, अमृत छाड़ बिख बिख। माया मोह परम पै भूले, सुत दारा स्यों। एक उत्तम पंथ सुन्यो गुर संगत, तिह मिलंत जम त्रास। एक अरदास पाठ कीरत की, गुर रामदास। सो कहो टल गुर सेविया, अहनस सहज। दर्शन परसै गुरु का, जन्म मरण। होवै सिफत खसंदी, नूर अर सोह कुर सोह। तुद डिठे सच्चे पातशाह, माल जन्म जन्म दे। सज्जन सच्चा पातशाह, सिर साहांदै। जिस पास बैठिया सोहिया, सबना दा वेसा हो। सतनाम श्री वाहिगुरु साहिब जी।
ਤਿਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ। ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ। ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਰਹਾਉ ਹਰ ਕੇ ਗੁਣ ਹਰ ਭਾਵੰਦੇ ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ। ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ। ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ ਚ ਦੀਨ ਦੁਨੀਆਂ ਦੇ ਮਾਲਕ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੀ ਪਾਵਨ ਕਿਰਪਾ ਦੇ ਪਾਤਰ ਬਣ ਰਹੇ ਹੋ। ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੱਜ ਪਵਿੱਤਰ ਦਿਹਾੜਾ ਹੈ। ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਸ਼੍ਰੀ ਚੰਦ ਜੀ ਤਿਨਾਂ ਦਾ ਅੱਜ ਪਵਿੱਤਰ ਪਾਵਨ ਜਨਮ ਦਿਹਾੜਾ ਦਿਵਸ ਹੈ। ਅੱਜ ਦੇ ਦਿਨ ਉਦਾਸੀਨ ਸੰਪਰਦਾ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਜਨਮ ਸੁਲਤਾਨਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਉਦਰ ਤੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਗ੍ਰਹਿ ਵਿਖੇ ਹੋਇਆ। ਬਚਪਨ ਤੋਂ ਹੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨਤਾ ਦੀ ਬਿਰਤੀ ਦੇ ਸਹਿਤ ਰਹੇ ਨੇ। ਜੋ ਇੱਕ ਵਿਰਕਤ ਦਾ ਜੀਵਨ ਹੁੰਦਾ ਉਸ ਵਿਰਕਤ ਦੇ ਜੀਵਨ ਵਿੱਚ ਵਿਚਰੇ ਹਨ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦਾ ਸੰਗ ਮਾਣਿਆ ਹੈ।
ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਹਨ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਕਰੀਬਨ 125 ਸਾਲ ਦੇ ਨੇੜੇ ਉਮਰ ਨੂੰ ਸਮਾਪਤ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਭੇਦ ਹੋਏ ਸਨ। ਬਾਠ ਸਾਹਿਬ ਜੋ ਪਠਾਨਕੋਟ ਦੇ ਨੇੜੇ ਬਾਬਾ ਸ਼੍ਰੀ ਚੰਦ ਜੀ ਦੀ ਤਪੋ ਭੂਮੀ ਹੈ, ਆਪਣੇ ਜੀਵਨ ਦੇ ਤਕਰੀਬਨ 62 ਸਾਲ ਉੱਥੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਬੰਦਗੀ ਕਰਕੇ ਅਕਾਲ ਪੁਰਖ ਵਿੱਚ ਤਤਪਰ ਹੋਏ ਹਨ, ਅਭੇਦ ਹੋਏ ਹਨ। ਇੱਥੇ ਪੰਚਮ ਪਾਤਸ਼ਾਹ ਨੇ ਵੀ ਚਰਨ ਪਾਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਵੀ ਚਰਨ ਪਾਏ। ਬਾਬਾ ਸ਼੍ਰੀ ਚੰਦ ਜੀ ਨੇ ਜਗਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛਿਆ, ਮਹਾਰਾਜ ਆਪ ਜੀ ਦੇ ਕਿੰਨੇ ਸਾਹਿਬਜ਼ਾਦੇ ਹਨ? ਤਾਂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ 5 ਸਾਹਿਬਜ਼ਾਦੇ ਹਨ। ਤੇ ਆਖਿਆ ਬਾਬੇ ਕਿਆਂ ਦੇ ਕਿਤਨੇ ਹੋਏ? ਮਹਾਰਾਜ ਜੀ ਨੇ ਆਖਿਆ ਸਾਰੇ ਹੀ ਤੁਹਾਡੇ ਨੇ ਬਾਬਾ ਜੀ। ਕਹਿਣ ਲੱਗੇ ਇਦਾਂ ਕਹਿਣ ਮਾਤਰ ਨਾਲ ਨਹੀਂ, ਸਾਨੂੰ ਕਿਹੜਾ ਭੇਟ ਕਰੋਗੇ? ਤਾਂ ਬਾਬਾ ਗੁਰਦਿੱਤਾ ਸਾਹਿਬ ਜੋ ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਨੇ ਔਰ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਪਿਤਾ ਹਨ, ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਭੇਟ ਕੀਤਾ। ਆਖਿਆ ਜੀ ਇਹ ਤੁਹਾਡਾ ਹੈ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਆਪਣੀ ਕੁਲਹਿ ਸੇਲੀ ਤੇ ਟੋਪੀ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਦਿੱਤੀ। ਆਖਿਆ ਗੁਰਤਾ ਤਾਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਘਰ ਦੇ ਦਿੱਤੀ ਹੈ, ਸਾਡੇ ਕੋਲੇ ਸੇਲੀ ਟੋਪੀ ਸੀ, ਇਹ ਵੀ ਅਸੀਂ ਗੁਰੂ ਕਿਆਂ ਨੂੰ ਅਰਪਣ ਕਰਦੇ ਹਾਂ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਸੇਵਾ ਕਰਕੇ ਉਦਾਸੀਨ ਸੰਪਰਦਾ ਦੇ 4 ਧੂਣੇ ਕਾਇਮ ਕੀਤੇ, ਜਿਨ੍ਹਾਂ ਚਾਰਾਂ ਨੇ ਚਾਰਾਂ ਦਿਸ਼ਾਵਾਂ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਕੀਤਾ। ਬਾਬਾ ਸ਼੍ਰੀ ਚੰਦ ਜੀ ਦੀ ਇਹ ਵੱਡੀ ਤਪੱਸਿਆ ਸੀ ਕਿ ਉਦਾਸੀਨ ਸੰਪਰਦਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੇ ਚਲਾਈ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਹੁਕਮ ਨਾਲ ਹੀ ਉਦਾਸੀ ਜਿਹੜੇ ਨੇ ਚੱਲੇ ਹਨ। ਆਪ ਹੁਦਰੀ ਸੰਪਰਦਾ ਨਹੀਂ ਚੱਲੀਏ, ਇਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਗੁਰੂ ਸਾਹਿਬ ਦੀ ਆਗਿਆ ਲੈ ਕੇ ਉਦਾਸੀ ਸੰਪਰਦਾ ਚਲਾਈ ਹੈ। ਉਦਾਸੀਨ ਸੰਪਰਦਾ ਵਿੱਚ ਜਿਤਨੇ ਮਹਾਂਪੁਰਸ਼ ਹੋਏ, ਬੜੇ ਬੜੇ ਤਪਸਵੀ ਮਹਾਂਪੁਰਸ਼ ਹੋਏ, ਵਿਦਵਾਨ ਮਹਾਂਪੁਰਸ਼ ਹੋਏ, ਜਿਨ੍ਹਾਂ ਨੇ ਗੁਰੂ ਬਾਬਾ ਜੀ ਦੇ ਪਾਵਨ ਇਤਿਹਾਸਕ ਸਥਾਨਾਂ ਦੀ ਸੇਵਾ ਸੰਭਾਲ ਕੀਤੀ। ਭਾਵੇਂ ਉਹ ਰੂਸ ਦੇ ਵਿੱਚ ਸਥਾਨ ਸਨ, ਰਸ਼ੀਆ ਦੇ ਵਿੱਚ ਸਨ, ਨੇਪਾਲ ਵਿੱਚ, ਕਾਠਮੰਡੂ ਤੱਕ, ਬੰਗਾਲ ਤੱਕ, ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਦੇ ਪਾਵਨ ਸਥਾਨ ਸਨ, ਉਹਨਾਂ ਸਥਾਨਾਂ ਤੇ ਉਦਾਸੀ ਮਹਾਂਪੁਰਸ਼ਾਂ ਨੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਗਾਈ ਔਰ ਸਤਿਗੁਰਾਂ ਦੇ ਸਥਾਨਾਂ ਦੀ ਸੇਵਾ ਸੰਭਾਲ ਕੀਤੀ। ਗੁਰੂ ਘਰਾਂ ਦਾ ਸਾਰਾ ਪ੍ਰਬੰਧ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਸਤਿਗੁਰਾਂ ਦੇ ਸਥਾਨ ਸਨ, ਉਦਾਸੀ ਮਹਾਂਪੁਰਸ਼ਾਂ ਨੇ। ਅੱਜ ਸਾਡੇ ਕੋਲੋਂ ਪੈਦਲ ਨਹੀਂ, ਉੱਥੇ ਜਹਾਜ਼ਾਂ ਤੇ ਨਹੀਂ ਜਾਇਆ ਜਾਂਦਾ, ਉਹ ਮਹਾਂਪੁਰਸ਼ ਪੈਦਲ ਚੱਲ ਕੇ ਉਹਨਾਂ ਸਥਾਨਾਂ ਤੇ ਪਹੁੰਚੇ। ਬੜੇ ਔਖੇ ਵਿਖੜੇ ਸਮਿਆਂ ਵਿੱਚ, ਜਦੋਂ ਉੱਥੇ ਸਿੱਖਾਂ ਦੀ ਕੋਈ ਆਬਾਦੀ ਨਹੀਂ ਸੀ, ਉਹਨਾਂ ਸਥਾਨਾਂ ਨੂੰ ਆਬਾਦ ਕੀਤਾ, ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਮਿਸ਼ਨ ਦੇ ਪ੍ਰਚਾਰ ਦਾ ਕੇਂਦਰ ਬਣਾਇਆ। ਬੜੇ ਬੜੇ ਮਹਾਂਪੁਰਸ਼, ਬਨਖੰਡੀ ਜੀ ਜੈਸੇ ਮਹਾਤਮਾ, ਭਾਈ ਮੀਹਾਂ ਸਾਹਿਬ ਜੀ ਜੈਸੇ, ਕਿਉਂਕਿ ਉਦਾਸੀਆਂ ਦੀਆਂ 6 ਬਖਸ਼ਿਸ਼ਾਂ ਹਨ, 4 ਧੂਣੇ ਹਨ, ਇੱਦਾਂ 10 ਮੁਖੀਆਂ ਹਨ ਉਦਾਸੀਆਂ ਦੀਆਂ। 10 ਮੁਖੀਆਂ ਤੋਂ ਬਾਅਦ ਕੁਝ ਬਖਸ਼ਿਸ਼ਾਂ ਹੋਰ ਵੀ ਨਾਲ ਆ ਰਲਦੀਆਂ ਨੇ। ਸੁਥਰੇ ਸ਼ਾਹੀਆਂ ਦੀ ਬਖਸ਼ਿਸ਼ ਹੈ ਭਾਈ ਮੀਹਾਂ ਸਾਹਿਬ ਜੀ, ਬਖਤ ਮੱਲੀਏ, ਜੀਤ ਮੱਲੀਏ, ਇੱਦਾਂ ਇਹ ਸੰਪਰਦਾਵਾਂ ਹਨ ਜਿਹੜੀਆਂ ਉਦਾਸੀ ਮਹਾਂਪੁਰਸ਼ਾਂ ਦੇ ਵਿੱਚ ਹੀ ਆਉਂਦੀਆਂ ਹਨ। ਸਾਈਂ ਮੀਆਂ ਮੀਰ ਜੀ ਨੂੰ ਬਾਦਸ਼ਾਹ ਜਹਾਂਗੀਰ ਮਿਲਿਆ ਲਾਹੌਰ ਸ਼ਹਿਰ ਵਿੱਚ। ਪੁੱਛਿਆ, ਸਾਈਂ ਮੀਆਂ ਮੀਰ ਜੀ, ਇਸ ਧਰਤੀ ਤੇ ਕੋਈ ਚੰਗਾ ਵਲੀ ਮਹਾਂਪੁਰਸ਼ ਫਕੀਰ ਹੋਵੇ, ਉਹਦੇ ਦਰਸ਼ਨ ਕਰਨ ਦੀ ਇੱਛਾ ਹੈ। ਸਾਈਂ ਮੀਆਂ ਮੀਰ ਜੀ ਨੇ ਆਖਿਆ, ਇਸ ਧਰਤੀ ਤੇ ਇਸ ਵਕਤ ਪੂਰਨ ਮਹਾਂਪੁਰਸ਼ ਜੋ ਤਤਵੇਤਾ ਮਹਾਂਪੁਰਸ਼ ਨੇ, ਪਾਰ ਬ੍ਰਹਮ ਪਰਮੇਸ਼ਰ 'ਚ ਭੇਦ ਹੋ ਚੁੱਕੇ ਨੇ, ਉਹ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਹਨ। ਜੇ ਦਰਸ਼ਨ ਕਰਨੇ ਨੇ, ਉਹਨਾਂ ਨੂੰ ਭਾਵਨਾ ਨਾਲ ਸੱਦ ਕੇ ਉਹਨਾਂ ਦੇ ਦਰਸ਼ਨ ਕਰ। ਜਹਾਂਗੀਰ ਬਾਦਸ਼ਾਹ ਨੇ ਆਪਣੇ ਅਹਿਲਕਾਰ,
ਆਪਣੇ ਸੇਵਾਦਾਰ ਬਾਬਾ ਸ਼੍ਰੀ ਚੰਦ ਜੀ ਕੋਲ ਬਾਠ ਸਾਹਿਬ ਭੇਜੇ ਕਿ ਆ ਕੇ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ। ਬੜੇ ਬੜੇ ਹਾਥੀ ਭੇਜੇ, ਰਥਾਂ ਭੇਜੀਆਂ। ਬਾਬਾ ਸ਼੍ਰੀ ਚੰਦ ਜੀ ਨੇ ਇਨਕਾਰ ਕੀਤਾ, ਅਸੀਂ ਤੁਹਾਡੇ ਹਾਥੀਆਂ ਰਥਾਂ ਤੇ ਬਹਿ ਕੇ ਨਹੀਂ ਆਉਣਾ। ਸਾਡੀ ਸਵਾਰੀ ਤਾਂ ਸਾਡਾ ਸੇਵਕ ਭਾਈ ਗੋਦੜੀਆ, ਭਾਈ ਕਮਾਲੀਆ ਵੀ ਜਿਸ ਨੂੰ ਕਹਿੰਦੇ ਹਨ, ਅਸੀਂ ਤਾਂ ਇਸੇ ਦੇ ਮੋਢਿਆਂ ਤੇ ਸਵਾਰ ਹੋ ਕੇ ਆਵਾਂਗੇ। ਸਾਨੂੰ ਬਾਦਸ਼ਾਹਾਂ ਦੀਆਂ ਇਹ ਸਵਾਰੀਆਂ ਨਹੀਂ ਚਾਹੀਦੀਆਂ। ਇਹ ਕਥਾ ਬਾਂਹ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਗੁਰਪ੍ਰਤਾਪ ਵਿੱਚ ਲਿਖੀ ਹੈ ਕਿ ਬਾਬਾ ਸ਼੍ਰੀ ਚੰਦ ਜੀ ਭਾਈ ਕਮਾਲੀਆ ਜੀ ਦੇ ਮੋਢਿਆਂ ਤੇ ਸਵਾਰ ਹੋ ਕੇ ਸਵਾਰੀ ਕਰਿਆ ਕਰਦੇ ਸਨ। ਬਿਰਧ ਹੋ ਚੁੱਕੇ ਸੀ, ਲਾਹੌਰ ਪਹੁੰਚੇ ਨੇ, ਬਾਦਸ਼ਾਹ ਜਹਾਂਗੀਰ ਦੀ ਕਚਹਿਰੀ 'ਚ ਗਏ ਨੇ। ਇੱਕ ਗੋਦੜੀ ਸੀ ਬਾਬਾ ਜੀ ਦੇ ਮੋਢਿਆਂ ਤੇ, ਬਾਬਾ ਸ਼੍ਰੀ ਚੰਦ ਜੀ ਦੇ। ਉਹ ਗੋਦੜੀ ਲਾ ਕੇ ਬਾਹਰ ਦਰਬਾਰ ਦੇ ਬਾਹਰ ਜਿਹੜਾ ਦਰਵਾਜ਼ਾ ਹੁੰਦਾ ਉੱਥੇ ਹੀ ਰੱਖ ਕੇ ਅੰਦਰ ਚਲੇ ਗਏ। ਜਹਾਂਗੀਰ ਨੇ ਉੱਠ ਕੇ ਬੜਾ ਅਦਬ ਸਤਿਕਾਰ ਕੀਤਾ, ਨਮਸਕਾਰ ਕੀਤੀ। ਮੇਰੇ ਅਹੋ ਭਾਗ ਕਿ ਆਪ ਜੈਸੇ ਮਹਾਂਪੁਰਸ਼ਾਂ ਦੇ ਮੈਨੂੰ ਦਰਸ਼ਨ ਹੋ ਰਹੇ ਨੇ। ਜਹਾਂਗੀਰ ਵੇਖ ਕੇ ਬੜਾ ਹੈਰਾਨ ਹੋਇਆ ਕਿ ਜਿਹੜੀ ਉਹ ਗੋਦੜੀ ਪਈ ਹੋਈ ਹੈ, ਉਹ ਗੋਦੜੀ ਕੰਬ ਰਹੀ ਹੈ। ਕਦੇ ਉਹਦਾ ਪਸਾਰਾ ਪਸਰ ਜਾਂਦਾ ਤੇ ਕਦੇ ਉਹ ਇਕੱਠੀ ਹੋ ਜਾਂਦੀ ਹੈ। ਬਾਦਸ਼ਾਹ ਵੇਖ ਕੇ ਹੈਰਾਨ ਹੋਇਆ ਕਿ ਇਹ ਕੀ ਚੀਜ਼ ਹੈ। ਬਾਬਾ ਸ਼੍ਰੀ ਚੰਦ ਜੀ ਨੂੰ ਪੁੱਛਦਾ, ਮਹਾਰਾਜ ਇਹ ਕੀ ਹੈ? ਬਾਬਾ ਜੀ ਕਹਿੰਦੇ, ਰਹਿਣ ਦੇ, ਜਿਹੜੀ ਚੀਜ਼ ਹੈ ਉਹ ਟੱਕੀ ਰਹਿਣ ਦੇ। ਕਹਿੰਦਾ ਜੀ ਨਹੀਂ, ਮੈਂ ਵੇਖਣਾ ਚਾਹੁੰਦਾ। ਬਾਬਾ ਜੀ ਕਹਿੰਦੇ, ਨਾ ਵੇਖ, ਸਾਧੂ ਤੈਨੂੰ ਕਹਿ ਰਹੇ ਨੇ। ਕਹਿੰਦਾ ਨਹੀਂ ਜੀ, ਮੈਨੂੰ ਵਿਖਾਓ। ਬਾਦਸ਼ਾਹ ਹਠੀ ਹੁੰਦੇ ਐ। ਬਾਬਾ ਜੀ ਨੇ ਇਸ਼ਾਰਾ ਕੀਤਾ, ਵਿਖਾ ਭਾਈ ਗੋਦੜੀ 'ਚ ਜੋ ਤੂੰ ਹੈ ਆਪਣਾ ਆਪ ਇਹਨੂੰ। ਉਹ ਬੁਖਾਰ ਸੀ ਤਈਏ ਤਾਪ ਦਾ, ਝੱਟ ਜਹਾਂਗੀਰ ਨੂੰ ਜਾ ਚੜਿਆ, ਸਰੀਰ ਕੰਬਣ ਲੱਗਾ, ਹੱਡ ਫੋਰਨੀ ਹੋਣ ਲੱਗੀ। ਆਪਣੀ ਜ਼ੁਬਾਨ ਤੋਂ ਹਾਏ ਹਾਏ ਕਹਿ ਕੇ ਉੱਚੀ ਉੱਚੀ ਪੁਕਾਰਨ ਲੱਗਾ, ਬਾਬਾ ਜੀ ਬਖਸ਼ ਲੋ, ਇਹ ਕੀ ਚੀਜ਼ ਹੈ? ਕਹਿਣ ਲੱਗੇ, ਭਾਈ ਸਾਡੇ ਤਨ ਨੂੰ ਇਹ ਤਈਆ ਤਾਪ ਚੜਿਆ ਹੋਇਆ ਸੀ, ਤੇਰੇ ਨਾਲ ਗੱਲਬਾਤ ਕਰਨੀ ਸੀ ਤਾਂ ਅਸੀਂ ਇਹਦੇ ਵਿੱਚ ਲਾ ਕੇ ਰੱਖ ਦਿੱਤਾ ਹੈ। ਇਹ ਸਾਡੀ ਪਰਾਲਬਧ ਹੈ, ਚਾਹੀਏ ਇਹਨੂੰ ਤਿਆਗ ਵੀ ਸਕਦੇ ਹਾਂ, ਪਰ ਅਸੀਂ ਸਰੀਰ ਦੀ ਪਰਾਲਬਧ ਭੋਗਣੀ ਹੈ, ਇਸ ਕਰਕੇ ਸਾਡੇ ਤਨ ਤੇ ਅਸੀਂ ਇਹਨੂੰ ਸਵੀਕਾਰ ਕੀਤਾ ਹੋਇਆ। ਬੁਖਾਰ ਚੜਿਆ ਹੋਵੇ, ਗੱਲਬਾਤ ਨਹੀਂ ਸੀ ਹੋਣੀ, ਤੇ ਤੇਰੇ ਨਾਲ ਅਸੀਂ ਗੱਲਬਾਤ ਕਰਨੀ ਸੀ ਤਾਂ ਅਸੀਂ ਇਹ ਲਾ ਕੇ ਰੱਖਿਆ ਸੀ। ਕਹਿਣ ਲੱਗਾ ਜੀ ਹੁਣ ਤਾਂ ਇਹਨੂੰ ਲਾ ਦਿਓ। ਕਹਿੰਦੇ ਕੋਈ ਨਹੀਂ, ਹੁਣ ਝੱਟ ਦਰਸ਼ਨ ਕਰ ਤਾਂ ਲੈ, ਤੂੰ ਕਹਿੰਦਾ ਸੀ ਵੇਖਣਾ, ਹੁਣ ਵੇਖ ਲੈ ਝੱਟ। ਕਹਿੰਦਾ ਨਹੀਂ ਮਹਾਰਾਜ ਵੇਖ ਲਿਆ। ਇਸ਼ਾਰਾ ਕੀਤਾ, ਮੁੜ ਕੇ ਕਹਿੰਦੇ ਫਿਰ ਉਹ ਗੋਦੜੀ ਕੰਬਣੀ ਸ਼ੁਰੂ ਹੋ ਗਈ ਔਰ ਜਹਾਂਗੀਰ ਬਾਦਸ਼ਾਹ ਬਾਬਾ ਜੀ ਦੇ ਚਰਨੀ ਢਹਿ ਪਿਆ। ਮਹਾਰਾਜ ਇਹ ਤੁਹਾਡੀ ਕਲਾ ਹੈ। ਕਹਿਣ ਲੱਗੇ ਤਾਂ ਗੁਰੂ ਨਾਨਕ ਸਾਹਿਬ ਦੇ ਸੇਵਕਾਂ ਦੀ ਕਲਾ ਹੈ। ਗੁਰੂ ਨਾਨਕ ਸਾਹਿਬ ਦੇ ਸੇਵਕ ਚਾਹਣ ਤਾਂ ਕੁਝ ਵੀ ਕਰ ਸਕਦੇ ਨੇ, ਪਰ ਜਹਾਂਗੀਰ ਤੂੰ ਬੜਾ ਗੁਨਾਹ ਕੀਤਾ, ਪਾਪ ਕੀਤਾ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਪੰਜਵੇਂ ਮਾਲਕ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਤਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਹੈ। ਉਹ ਚਾਹੁਣ ਤਾਂ ਸਾਰਾ ਸੰਸਾਰ ਵਿਨਾਸ਼ ਕਰ ਸਕਦੇ ਸਨ, ਪਰ ਰੱਬ ਦੀ ਰਜ਼ਾ ਨੂੰ, ਪਰਮੇਸ਼ਰ ਦੇ ਭਾਣੇ ਨੂੰ ਉਹਨਾਂ ਨੇ ਮਿੱਠਾ ਕਰਕੇ ਮੰਨਿਆ ਹੈ। ਤੂੰ ਗੁਨਾਹਗਾਰ ਹੈ ਜਹਾਂਗੀਰ, ਬਾਬਾ ਸ਼੍ਰੀ ਚੰਦ ਜੀ ਨੇ ਸਨਮੁਖ ਤਾੜਨਾ ਕਰਦਿਆਂ ਕਿਹਾ। ਜਹਾਂਗੀਰ ਨੇ ਹੱਥ ਜੋੜੇ, ਮੁੜ ਕੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮਹਾਰਾਜ ਜੀ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਭਰੀ। ਸਤਿਕਾਰਯੋਗ ਮਾਤਾ ਗੰਗਾ ਜੀ ਕੋਲੋਂ ਜਹਾਂਗੀਰ ਨੇ ਖਿਮਾ ਯਾਚਨਾ ਕੀਤੀ। ਸੋ ਇਸ ਪ੍ਰਕਾਰ ਇਤਿਹਾਸ ਆਉਂਦਾ। ਇਹੋ ਜਿਹੇ ਮਹਾਂਪੁਰਸ਼ ਤਤਵੇਤਾ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ ਸਨ। ਉਦਾਸੀਨ ਸੰਪਰਦਾ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਰਜ਼ੰਦ ਨੇ। ਉਦਾਸੀਆਂ ਨੇ ਬਹੁਤ ਵੱਡਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਹੈ। ਇੱਕਾ ਦੁੱਕਾ ਉਦਾਸੀਆਂ ਨੇ ਜਦੋਂ ਕੁਝ ਖਰਾਬੀਆਂ ਕੀਤੀਆਂ, ਬਾਅਦ ਵਿੱਚ ਸਿੰਘ ਸਭਾਵਾਂ ਲਹਿਰਾਂ ਚੱਲੀਆਂ। ਉਹਦੇ ਦੌਰਾਨ ਗੁਰਦੁਆਰਾ ਸੁਧਾਰ ਪ੍ਰਬੰਧਕ ਕਮੇਟੀਆਂ ਬਣੀਆਂ, ਪਰ ਬਹੁਤ ਸਾਰੇ ਉਦਾਸੀ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਕਿਨਾਰਾ ਕਰਕੇ ਦੂਰ ਚਲੇ ਗਏ। ਕੁਝ ਮਾੜੇ ਹੁੰਦੇ ਆ, ਸਾਰੇ ਮਾੜੇ ਨਹੀਂ ਹੁੰਦੇ। ਬਹੁਤ ਸਾਰੇ ਮਹਾਂਪੁਰਸ਼ਾਂ ਨੇ ਅੱਜ ਵੀ ਉਦਾਸੀਆਂ ਦਾ ਲਿਖਿਆ ਬਹੁਤ ਸਾਰਾ ਸਾਹਿਤ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪਰਿਆਇਆਂ ਦੀ ਸੇਵਾ ਜਿਹੜੀ ਹੈ, ਔਖੇ ਸ਼ਬਦਾਂ ਦੇ ਪਰਿਆਏ ਜਿਹੜੇ ਨੇ, ਉਹ ਵੀ ਉਦਾਸੀ ਮਹਾਂਪੁਰਸ਼ਾਂ ਨੇ ਲਾਉਣੇ ਪ੍ਰਾਰੰਭ ਕੀਤੇ। ਫਰੀਦਕੋਟੀ ਟੀਕਾ ਬਣਿਆ, ਉਹਦੇ 'ਚ ਨਿਰਮਲੇ ਤੇ ਉਦਾਸੀ ਮਹਾਂਪੁਰਸ਼ਾਂ ਨੇ ਸਭ ਤੋਂ ਪਹਿਲਾ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ।
ਮਹਾਨ ਪਰਉਪਕਾਰ ਉਦਾਸੀਨ ਸੰਪਰਦਾ ਦੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਗੀਚੇ ਦਾ ਹੀ ਇੱਕ ਫੁੱਲ ਨੇ ਉਦਾਸੀ ਮਹਾਂਪੁਰਸ਼, ਵੱਖਰੇ ਨਹੀਂ ਹਨ। ਅੱਜ ਜਿਸ ਨੂੰ ਗੁਰਮਤਿ ਦੇ ਊੜੇ ਆੜੇ ਦਾ ਬੋਧ ਨਹੀਂ ਹੈ, ਉਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਨਿੰਦਿਆ ਕਰਨ ਲੱਗ ਪੈਂਦਾ ਹੈ। ਬਾਬਾ ਸ਼੍ਰੀ ਚੰਦ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਲੱਗ ਪੈਂਦੇ ਨੇ, ਕਿਉਂਕਿ ਇਹਨਾਂ ਦੀ ਮਨਸਾ ਤਾਂ ਗੁਰੂ ਨਾਨਕ ਸਾਹਿਬ ਨੂੰ ਮਾੜਾ ਕਹਿਣ ਦੀ ਹੈ। ਗੁਰੂ ਖਾਲਸਾ ਜੀ, ਪਰ ਇਹਨਾਂ ਨੂੰ ਡਰ ਹੈ ਜੇ ਗੁਰੂ ਨਾਨਕ ਸਾਹਿਬ ਨੂੰ ਕਹਾਂਗੇ ਲੋਕ ਡਾਂਗਾਂ ਚੁੱਕ ਕੇ ਮਾਰਨਗੇ, ਇਸ ਕਰਕੇ ਬਾਬੇ ਸ਼੍ਰੀ ਚੰਦ ਜੀ ਦਾ ਨਾਂ ਲੈ ਲੈਂਦੇ ਆ। ਉਹਨਾਂ ਦੇ ਬਾਰੇ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ ਸਾਨੂੰ, ਪਰ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਅੰਸ਼ ਹਨ, ਉਹਨਾਂ ਦੇ ਸਰੀਰ ਦਾ ਅੰਸ਼ ਹਨ। ਗੁਰੂ ਸਾਹਿਬ ਜੀ ਦੇ ਪੁੱਤਰ ਤਾਂ ਕੀ, ਗੁਰੂ ਘਰ ਦੇ ਕੂਕਰ ਵੀ ਸਤਿਕਾਰਯੋਗ ਹਨ, ਪਰ ਬਾਬਾ ਸ਼੍ਰੀ ਚੰਦ ਜੀ ਨੇ ਕਦੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਵਿਰੋਧ ਨਹੀਂ ਕੀਤਾ। ਪ੍ਰਿਥੀਏ ਨਾਲ ਜਾ ਰਲਾਉਂਦੇ ਹਨ। ਪ੍ਰਿਥੀਏ ਦੀ ਬਿਰਤੀ ਹੋਰ ਸੀ, ਪ੍ਰਿਥੀਆ ਵਿਰੋਧੀ ਸੀ, ਪਰ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਤਾਜ਼ ਜ਼ਿੰਦਗੀ ਤੱਕ ਕਦੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਵਿਰੋਧ ਕੀਤਾ? ਕਿਤੇ ਇਤਿਹਾਸ ਵਿੱਚ ਐਸਾ ਬਚਨ ਆਇਆ? ਰਹੀ ਗੱਲ ਗੁਰਤਾ ਗੱਦੀ ਦੀ, ਉਹ ਤਾਂ ਗੁਰੂ ਅੰਗਦ ਸਾਹਿਬ ਦੇ ਮਸਤਕ ਤੇ ਧੁਰ ਦਰਗਾਹ ਤੋਂ ਲਿਖੀ ਸੀ, ਉਹਨਾਂ ਨੂੰ ਹੀ ਮਿਲਣੀ ਸੀ। ਤੇ ਜੇ ਬਾਬਾ ਸ਼੍ਰੀ ਚੰਦ ਜੀ ਨੂੰ ਗੁਰਿਆਈ ਨਹੀਂ ਮਿਲੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਨਹੀਂ ਮਿਲੀ, ਤੇ ਬਾਬਾ ਬੁੱਢਾ ਸਾਹਿਬ ਜੀ ਦਾ ਪੰਥ ਸਤਿਕਾਰ ਨਹੀਂ ਕਰਦਾ, ਉਹਨਾਂ ਦਾ ਅਦਬ ਨਹੀਂ ਹੈ, ਉਹਨਾਂ ਦਾ ਵੀ ਅਦਬ ਸਤਿਕਾਰ ਹੈ। ਇਸ ਕਰਕੇ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਬਾਬਤ ਜਿਹੜੇ ਨਿੰਦਾ ਕਰਦੇ ਨੇ, ਉਹ ਦਰਅਸਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿੰਦਾ ਕਰਦੇ ਹਨ। ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਨੇ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਅੱਜ ਉਹਨਾਂ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਹੈ। ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰੂ ਸਾਹਿਬ ਕਿਰਪਾ ਕਰਨ, ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਨ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਜਗਤ ਗੁਰੂ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੁ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਐਸੇ ਜਗਤ ਗੁਰੂ ਪਾਰ ਉਤਾਰਨਹਾਰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਰਾਗ ਤਿਲੰਗ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਹਰ ਕੀਆਂ ਕਥਾ ਕਹਾਣੀਆਂ, ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀਆਂ ਕਥਾਵਾਂ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਕਹਾਣੀਆਂ ਸਾਡੇ ਗੁਰੂ ਮਿੱਤਰ ਨੇ ਸਾਨੂੰ ਸੁਣਾਈਆਂ ਹਨ। ਸਤਿਗੁਰੂ ਜੀ ਸਾਨੂੰ ਹਰੀ ਕਥਾ ਸਰਵਣ ਕਰਾਉਂਦੇ ਐ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਸਾਰੀ ਬਾਣੀ ਹਰੀ ਕਥਾ ਹੈ। ਇਹ ਪਰਮੇਸ਼ਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ। ਪਰ ਕਥ ਕੇ ਵੀ ਅਖੀਰ 'ਚ ਮਹਾਰਾਜ ਜੀ ਨੇ ਇਹੀ ਕਿਹਾ ਕਿ ਉਹ ਅਕਥ ਹੈ, ਕਥਨ ਵਿੱਚ ਨਹੀਂ ਆਉਂਦਾ। ਪਰ ਇਹ ਕਥਾ ਤਾਂ ਕੀਤੀ ਜਾਂਦੀ ਹੈ ਕਿ ਉਸ ਦੇ ਜਿਹੜੇ ਸ਼ੁਭ ਗੁਣ ਕਥਨ ਵਿੱਚ ਕੀਤੇ ਜਾਂਦੇ ਹਨ, ਉਹ ਗੁਣ ਸਾਡੇ ਹਿਰਦਿਆਂ ਵਿੱਚ ਵਸ ਜਾਣ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਕਥਾਵਾਂ ਤੇ ਕਹਾਣੀਆਂ ਸਾਡੇ ਗੁਰੂ ਮਿੱਤਰ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਸੁਣਾਈਆਂ ਹਨ। ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਮੈਂ ਬਲਿਹਾਰ ਜਾਵਾਂ ਆਪਣੇ ਗੁਰੂ ਤੋਂ, ਆਪਣੇ ਸਤਿਗੁਰਾਂ ਤੋਂ ਬਾਰੇ ਬਾਰੇ ਜਾਈਏ, ਆਪਣੇ ਗੁਰੂ ਤੋਂ ਬਲਿਹਾਰ ਜਾਈਏ।
ਆਪਣੇ ਸਤਿਗੁਰਾਂ ਤੋਂ ਕੁਰਬਾਨ ਜਾਈਏ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਐ ਮੇਰੇ ਗੁਰੂ ਕੇ ਸਿੱਖੋ ਆਓ ਮਿਲੋ, ਤੁਸੀਂ ਮੇਰੇ ਗੁਰੂ ਦੇ ਪਿਆਰ ਵਾਲੇ, ਗੁਰੂ ਦੇ ਪਿਆਰ ਦੇ ਰੰਗ ਵਿੱਚ ਰੱਤੇ ਹੋਏ ਗੁਰਮੁਖ ਹੋ। ਆਓ ਆ ਕੇ ਸਾਨੂੰ ਮਿਲੋ, ਆਪਾਂ ਮਿਲ ਕੇ ਵਾਹਿਗੁਰੂ ਦੀਆਂ ਬਾਤਾਂ ਕਰੀਏ, ਇਕੱਤਰ ਹੋ ਕੇ ਨਿਰੰਕਾਰ ਪਰਮੇਸ਼ਰ ਦੀਆਂ ਵਡਿਆਈਆਂ ਕਰੀਏ। ਰਹਾਉ ਹਰ ਕੇ ਗੁਣ ਹਰ ਭਾਵੰਦੇ, ਸੇ ਗੁਰੂ ਤੇ ਪਾਏ। ਹਰੀ ਦੇ ਗੁਣ ਹਰੀ ਨੂੰ ਭਾਵਦੇ ਹਨ, ਹਰੀ ਦੇ ਗੁਣ ਹਰੀ ਨੂੰ ਚੰਗੇ ਲੱਗਦੇ ਹਨ, ਪਰ ਹਰੀ ਦੇ ਗੁਣ ਪ੍ਰਾਪਤ ਕਿੱਥੋਂ ਹੁੰਦੇ ਨੇ? ਭਾਈ ਹਰੀ ਦੇ ਗੁਣ ਗਾਇਨ ਕਰਨ ਦੀ ਅਵਸਥਾ ਗੁਰੂ ਕੋਲੋਂ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਤਰਸ ਕਰਦੇ ਨੇ, ਕਿਰਪਾ ਕਰਦੇ ਨੇ, ਤਾਂ ਹਰੀ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮ ਘੁੰਮ ਜਾਏ। ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਿਆ ਹੈ, ਮੈਂ ਤਿਨਾਂ ਤੋਂ ਘੁੰਮ ਘੁੰਮ ਜਾਵਾਂ, ਤਿਨਾਂ ਤੋਂ ਵਾਰੇ ਜਾਵਾਂ, ਤਿਨਾਂ ਤੋਂ ਬਲਿਹਾਰ ਜਾਵਾਂ, ਜਿਹੜੇ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਆ, ਜਿਹੜੇ ਸਤਿਗੁਰਾਂ ਦੇ ਭਾਣੇ 'ਚ ਰਹਿੰਦੇ ਆ। ਭਾਈ ਮੈਂ ਆਪ ਉਦਰੀਆਂ ਨਹੀਂ ਕਰਨੀਆਂ, ਆਪਣੀਆਂ ਮਨ ਮਰਜ਼ੀਆਂ ਨਹੀਂ ਕਰਨੀਆਂ, ਮੇਰੇ ਗੁਰੂ ਨੂੰ ਇਹ ਕੰਮ ਨਹੀਂ ਭਾਉਂਦਾ, ਮੈਂ ਨਹੀਂ ਕਰਦਾ। ਇਹੋ ਜਿਹੇ ਜਿਹੜੇ ਗੁਰਸਿੱਖ ਨੇ, ਜਿਹੜੇ ਗੁਰੂ ਦੇ ਭਾਣੇ 'ਚ ਰਹਿੰਦੇ ਆ, ਮੈਂ ਐਸੇ ਗੁਰਸਿੱਖਾਂ ਤੋਂ ਘੁੰਮ ਘੁੰਮ ਜਾਵਾਂ, ਐਸੇ ਗੁਰੂ ਕੇ ਲਾਲਾਂ ਤੋਂ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ। ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕਹਉ ਵਾਰੇ। ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ, ਮੈਂ ਤਿਨਾਂ ਤੋਂ ਵਾਰੇ ਜਾਵਾਂ, ਤਿਨਾਂ ਤੋਂ ਬਲਿਹਾਰ ਜਾਵਾਂ, ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰਾਂ ਦੇ ਦੀਦਾਰ ਕੀਤੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਕੇ ਦਰਸ਼ਨ ਕਰਨ ਵਾਲੇ ਵੀ ਪੁੰਨ ਪ੍ਰਾਣੀ ਹਨ, ਸ਼ੁੱਧ ਹਨ। ਗੁਰੂ ਕੇ ਦਰਸ਼ਨ ਕਰਨ ਵਾਲਿਆਂ ਦੇ ਮੈਂ ਦਰਸ਼ਨ ਕਰਾਂ, ਉਹਨਾਂ ਤੋਂ ਵੀ ਮੈਂ ਵਾਰੇ ਜਾਵਾਂ, ਬਲਿਹਾਰ ਜਾਵਾਂ, ਜਿਹੜੇ ਗੁਰਸਿੱਖ ਮੇਰੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦੇ ਹਨ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ। ਜਿਨ੍ਹਾਂ ਨੇ ਮੇਰੇ ਗੁਰੂ ਦੀ ਚਾਕਰੀ ਕੀਤੀ ਹੈ, ਜਿਹੜੇ ਚਾਅ ਨਾਲ ਗੁਰੂ ਦੀ ਚਾਕਰੀ ਕਰਦੇ ਆ, ਚਾਅ ਨਾਲ ਕੀਤਾ ਕੰਮ, ਉਹਨੂੰ ਕਹਿੰਦੇ ਆ ਚਾਕਰੀ। ਨੌਕਰੀ ਤੇ ਚਾਕਰੀ ਵਿੱਚ ਥੋੜਾ ਇਹ ਫਰਕ ਹੈ, ਅੰਤਰ ਹੈ। ਨੌਕਰੀ ਹੁੰਦੀ ਆ ਡੰਗ ਟਪਾਉਣਾ, ਚਾਕਰੀ ਹੁੰਦੀ ਆ ਚਾਅ ਨਾਲ ਕੀਤਾ ਜਾਏ ਜਿਹੜਾ ਕੰਮ, ਉਹਨੂੰ ਚਾਕਰੀ ਕਹਿੰਦੇ ਹਨ। ਜਿਨ੍ਹਾਂ ਨੇ ਮੇਰੇ ਗੁਰੂ ਦੀ ਚਾਕਰੀ ਕੀਤੀ ਹੈ, ਜਿਨ੍ਹਾਂ ਮੇਰੇ ਸਤਿਗੁਰਾਂ ਦੀ ਚਾਕਰੀ ਕੀਤੀ ਹੈ, ਮੈਂ ਤਿਨਾਂ ਤੋਂ ਵਾਰੇ ਜਾਵਾਂ, ਤਿਨਾਂ ਤੋਂ ਬਲਿਹਾਰ ਜਾਵਾਂ, ਤਿਨਾਂ ਤੋਂ ਕੁਰਬਾਨ ਜਾਵਾਂ। ਹਰ ਤੇਰਾ ਨਾਮ ਹੈ, ਦੁੱਖ ਮੇਟਣ ਹਾਰਾ। ਏ ਹਰੀ ਵਾਹਿਗੁਰੂ, ਤੇਰਾ ਨਾਮ ਐਸਾ ਅੰਮ੍ਰਿਤ ਨਾਮ ਹੈ ਕਿ ਜਿਹੜਾ ਦੁੱਖਾਂ ਨੂੰ ਮਿਟਣੇ ਵਾਲਾ ਹੈ। ਹਰੀ ਜੀ ਤੁਹਾਡਾ ਨਾਮ ਦੁੱਖ ਮੇਟਣ ਵਾਲਾ ਹੈ। ਸਾਰੇ ਦੁੱਖਾਂ ਤੋਂ ਬੰਦ ਖਲਾਸੀ ਹੋ ਜਾਂਦੀ ਹੈ ਹਰੀ ਦੇ ਨਾਮ ਦੁਆਰਾ। ਨਾਮ ਜਪ ਜਪ ਕੇ ਸਤਿਗੁਰੂ ਅਵਸਥਾ ਹੀ ਇਹ ਬਣਾ ਦਿੰਦੇ ਹੈ ਕਿ ਦੁੱਖ ਦੁੱਖ ਕਰਕੇ ਵਿਆਪਦਾ ਹੀ ਨਹੀਂ ਹੈ। ਸਰੀਰ ਦਾ ਕੋਈ ਹਿੱਸਾ ਸੁੰਨ ਕੀਤਾ ਜਾਂਦਾ, ਫਿਰ ਡਾਕਟਰ ਚੀਰ ਫਾੜ ਕਰਦਾ ਹੈ। ਸੁੰਨ ਕੀਤੇ ਬਿਨਾ ਚੀਰ ਫਾੜ ਕਰੇ ਤੇ ਤਰਾਟ ਨਿਕਲਦੇ ਐ, ਪਰ ਉਸੇ ਹਿੱਸੇ ਨੂੰ ਸੁੰਨ ਕਰਦੇ ਕਿਤਨਾ ਚੀਰ ਫਾੜ ਹੁੰਦਾ ਪਤਾ ਵੀ ਨਹੀਂ ਲੱਗਦਾ ਹੈ, ਆਪਰੇਸ਼ਨ ਹੁੰਦੇ ਐ। ਨਿਰੰਕਾਰ ਦੇ ਨਾਮ ਦੀ ਸਾਧਨਾ ਦੁਆਰਾ ਸੰਸਾਰ ਵੱਲੋਂ ਬਿਰਤੀਆਂ ਸੁੰਨ ਹੋ ਜਾਂਦੀਆਂ ਹਨ। ਸੁੰਨ ਦਾ ਮਤਲਬ ਹੁੰਦਾ ਅਫੁਰ ਹੋ ਜਾਂਦੀਆਂ ਹਨ। ਇੱਕ ਐਸੀ ਅਵਸਥਾ ਬਣ ਜਾਂਦੀ ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਅੰਤਰ ਸੁੰਨੰ ਬਾਹਰ ਸੁੰਨੰ ਤੇਰੇ ਭਵਨ ਸੁੰਨਮ ਸੁੰਨੰ, ਚੌਥੇ ਸੁੰਨਾ ਜੋ ਨਰ ਜਾਣਾ ਤਾਂ ਕੋ ਪਾਪ ਨਾ ਪੁੰਨੰ। ਇਹ ਨਾਮ ਜਪ ਕੇ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਦੁੱਖ ਵੀ ਦੁੱਖ ਕਰਕੇ ਨਹੀਂ ਵਿਆਪਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਐਸੀ ਅਵਸਥਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਐਸਾ ਹੈ ਜਿਹੜਾ ਦੁੱਖਾਂ ਨੂੰ ਮੇਟਣ ਵਾਲਾ ਹੈ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਹੇ ਵਾਹਿਗੁਰੂ ਤੇਰਾ ਅੰਮ੍ਰਿਤ ਨਾਮ ਐਸਾ ਹੈ ਜਿਹੜਾ ਦੁੱਖਾਂ ਨੂੰ ਮੇਟਦਾ ਹੈ,
ਦੁੱਖਾਂ ਦੀ ਨਿਰਵਿਰਤੀ ਕਰਦਾ ਹੈ। ਗੁਰ ਸੇਵਾ ਤੇ ਪਾਈਆ ਗੁਰਮੁਖ ਨਿਸਤਾਰਾ। ਪਰ ਯਾਦ ਰੱਖਿਓ, ਨਾਮ ਦੀ ਪ੍ਰਾਪਤੀ ਕੇਵਲ ਗੁਰੂ ਕੀ ਸੇਵਾ ਕੀਤਿਆਂ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੁੰਦੀ ਹੈ। ਨਾਮ ਦੀ ਪ੍ਰਾਪਤੀ ਗੁਰੂ ਕੀ ਸੇਵਾ ਕਰਦਿਆਂ ਕਰਦਿਆਂ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੁੰਦੀ ਹੈ। ਔਰ ਜਦੋਂ ਗੁਰੂ ਕੇ ਮੁਖ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋਵੇ ਤਾਂ ਜੀਵਾਂ ਦਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੁੰਦਾ ਹੈ। ਜੋ ਹਰ ਨਾਮ ਧਿਆਏ ਦੇ ਤੀਜਨ ਪਰਵਾਨਾ। ਜਿਹੜੇ ਮਾਈ ਭਾਈ ਹਰੀ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹ ਜਨ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹਨ। ਉਹ ਨਿਰੰਕਾਰ ਦੇ ਘਰ ਦੇ ਵਿੱਚ ਪ੍ਰਵਾਨ ਹਨ। ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਨੇ, ਆਰਾਧਦੇ ਹਨ। ਤਿਲ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਹਰੀ ਨਾਮ ਧਿਆਉਣ ਵਾਲਿਆਂ ਤੋਂ ਮੈਂ ਕੁਰਬਾਨ ਜਾਂਦਾ ਹਾਂ, ਤਿਨਾਂ ਤੋਂ ਵਾਰੇ-ਵਾਰੇ ਜਾਂਦਾ, ਇੱਕ ਵਾਰ ਨਹੀਂ ਸਦਾ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਪਵਿੱਤਰ ਅੰਮ੍ਰਿਤ ਨਾਮ ਨੂੰ ਧਿਆਉਂਦੇ ਹਨ। ਹਉ ਕੁਰਬਾਨਾ ਜਾਉ ਤਿਨਾ ਕਹਿ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨਾ ਜਾਉ। ਮੈਂ ਉਹਨਾਂ ਤੋਂ ਸਦਾ ਲਈ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਜਿਹੜੇ ਨਿਰੰਕਾਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਆਰਾਧਦੇ ਨੇ, ਧਿਆਉਂਦੇ ਨੇ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਿਹੜੇ ਜਿਹੜੇ ਮਾਈ ਭਾਈ ਜਪਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਲਈ ਵਾਰੇ ਵਾਰੇ ਜਾਂਦਾ ਹਾਂ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ। ਪਰਮੇਸ਼ਰ ਦੀਆਂ ਉਸਤਾਂ ਕਰਨ ਵਾਲੇ ਕਰੋੜਾਂ ਨੇ, ਕਰੋੜਾਂ ਥਾਵਾਂ ਤੇ ਪਰਮੇਸ਼ਰ ਦੀ ਉਸਤਤ ਹੋ ਰਹੀ ਹੈ। ਕਿਤਨੇ ਸਮਾਗਮ ਹੁੰਦੇ ਐ, ਕਿਤਨੇ ਦਰਬਾਰ ਸਜਦੇ ਨੇ, ਉਹ ਚਾਹੇ ਸਿੱਖਾਂ ਦੇ ਹੋਣ ਤੇ ਚਾਹੇ ਹਿੰਦੂਆਂ ਤੇ ਮੁਸਲਮਾਨਾਂ, ਯਹੂਦੀਆਂ, ਪਾਰਸੀਆਂ, ਬੋਧੀਆਂ, ਜੈਨੀਆਂ ਦੇ ਕਿਤਨੇ ਜਸ਼ ਹੋ ਰਹੇ ਨੇ। ਉਸਤਤਾਂ ਕਰਨ ਵਾਲੇ ਕਿਤਨੇ ਹਨ। ਪਰ ਹੇ ਪ੍ਰਭੂ, ਅਸਲ ਵਿੱਚ ਤੇਰੀ ਉਸਤਤ ਉਹੀ ਹੈ ਜਿਹੜੀ ਤੈਨੂੰ ਭਾਵੇ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ। ਕਈ ਵਾਰ ਤੋਤਲੇ ਬੋਲ ਵੀ ਵਾਹਿਗੁਰੂ ਨੂੰ ਪਿਆਰੇ ਲੱਗਦੇ ਐ, ਤੇ ਕਈ ਵਾਰ ਗਿਆਨ ਦੇ ਵਿੱਚ ਬੜੀਆਂ ਗੁੱਝੀਆਂ ਤੇ ਬੜੀਆਂ ਰਮਜ ਵਾਲੀਆਂ ਬਾਤਾਂ ਕਹਿਣ ਵਾਲੀਆਂ ਬਾਤਾਂ ਜਿਹੜੀਆਂ ਨੇ ਉਹ ਵੀ ਉਹਨੂੰ ਚੰਗੀਆਂ ਨਹੀਂ ਲੱਗਦੀਆਂ। ਕਦੇ ਤੋਤਲਾ ਬੋਲੇ ਤੇ ਤੋਤਲੇ ਬੋਲ ਵੀ ਉਹਨੂੰ ਭਾ ਜਾਂਦੇ ਹਨ। ਇਸ ਕਰਕੇ ਨਹੀਂ ਪਤਾ ਕਿ ਉਹਨੂੰ ਕੀ ਭਾਉਂਦਾ ਹੈ। ਕੋਈ ਵਾਹਿਗੁਰੂ ਕਹਿੰਦਾ ਉਹ ਉਹਨੂੰ ਭਾ ਜਾਵੇ, ਕੋਈ ਅੱਲਾ ਕਹੇ ਉਹ ਭਾ ਜਾਵੇ, ਕੋਈ ਰਾਮ ਕਹੇ, ਕਿਹੜਾ ਕਹਿ ਕੇ ਕੀ ਕਹਿ ਕੇ ਉਹਨੂੰ ਭਾ ਜਾਵੇ, ਨਹੀਂ ਕਿਹਾ ਜਾ ਸਕਦਾ। ਜਪਣ ਵਾਲੇ ਬਹੁਤ ਨੇ, ਆਰਾਧਨ ਵਾਲੇ ਬਹੁਤ ਨੇ, ਉਸ ਨੂੰ ਉਸਤਤ ਕਰਕੇ ਉਸ ਦੀ ਸ਼ਲਾਘਾ ਕਰਨ ਵਾਲੇ ਵੀ ਬਹੁਤ ਨੇ, ਪਰ ਅਸਲ ਵਿੱਚ ਉਹੀ ਉਸਤਤ ਪ੍ਰਵਾਨ ਹੈ ਜਿਹੜੀ ਉਹਨੂੰ ਭਾ ਜਾਵੇ, ਉਹੀ ਉਹਨੂੰ ਭਾ ਜਾਵੇ। ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਪਾਸ ਸਾਲ ਗ੍ਰਾਮ ਪਿਆ ਹੋਇਆ, ਜਿੱਥੇ ਉਹ ਜੁੱਤੀਆਂ ਗੰਢਦੇ ਸਨ ਉੱਥੇ ਹੀ ਰੱਖਿਆ ਹੋਇਆ। ਪੰਡਤ ਨੇ ਵੇਖ ਲਿਆ, ਆਖਿਆ ਉਹ ਤੂੰ ਆ ਕੀ ਕੀਤਾ? ਸਾਡੇ ਭਗਵਾਨ ਨੂੰ ਇੱਥੇ ਲਿਆ ਕੇ ਰੱਖਿਆ ਆਪਣੇ ਕੋਲ, ਤੂੰ ਨਹੀਂ ਰੱਖਣ ਦੇ ਲਾਇਕ, ਤੂੰ ਸ਼ੂਦਰ ਹੈ, ਨਾਲੇ ਇੱਥੇ ਚਮੜੇ ਦੀਆਂ ਜੁੱਤੀਆਂ ਦੇ ਵਿੱਚ ਲਿਆ ਕੇ ਰੱਖਿਆ। ਉਹ ਚੁੱਕ ਕੇ ਲੈ ਗਿਆ। ਰਾਤ ਨੂੰ ਸੁੱਤਾ ਪੰਡਤ ਦੀ ਛਾਤੀ ਤੇ ਭਗਵਾਨ ਜੀ ਆ ਬੈਠੇ। ਜਿਉਂ ਆ ਕੇ ਛਾਤੀ ਤੇ ਬਹਿ ਕੇ ਭਾਰ ਪਾਇਆ, ਕਹਿਣ ਲੱਗਾ, ਉਹ ਮਲੇਛਾ, ਉਹ ਪਾਪੀਆ, ਤੂੰ ਮੇਰੇ ਭਗਤ ਦੇ ਕੋਲੋਂ ਮੈਨੂੰ ਲੈ ਆਇਆ, ਇੱਥੇ ਮੈਨੂੰ ਚੈਨ ਨਹੀਂ ਤੇਰੇ ਘਰ ਵਿੱਚ। ਉਹਦੇ ਘਰ ਦੇ ਵਿੱਚ ਜਿੱਥੇ ਉਹ ਬੈਠਾ ਜੁੱਤੀਆਂ ਗੰਢਦਾ ਸੀ, ਉੱਥੇ ਮੈਨੂੰ ਬੜਾ ਆਨੰਦ ਸੀ, ਉੱਥੇ ਮੈਨੂੰ ਬੜਾ ਰਸ ਸੀ। ਸਵੇਰੇ ਮੈਨੂੰ ਉੱਥੇ ਹੀ ਛੱਡ ਕੇ ਆਈ। ਆਪ ਹੀ ਸਵੇਰੇ ਉੱਠ ਕੇ ਭੇਟ ਕਰਕੇ ਆਇਆ।
ਇਹ ਭਗਤ ਰਵਿਦਾਸ ਜੀ ਦੇ ਜੀਵਨ ਵਿੱਚੋਂ ਸਾਖੀ ਹੁੰਦੀ ਹੈ। ਇਸ ਕਰਕੇ ਕਿਆ ਜਾਣੀਏ ਹਰੀ ਨੂੰ ਕਿਹੜਾ ਭਾਉਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਹਰੀ ਜੀ ਤੇਰੀ ਉਸਤਤ ਉਹੀ ਹੈ ਜਿਹੜੀ ਹਰੀ ਪ੍ਰਭੂ ਜੀ ਤੁਹਾਨੂੰ ਭਾ ਜਾਵੇ। ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵਾ। ਜਿਹੜੇ ਗੁਰਮੁਖ ਉਸ ਪਿਆਰੇ ਵਾਹਿਗੁਰੂ ਨੂੰ ਸੇਵਦੇ ਹਨ ਉਹ ਹਰੀ ਪ੍ਰਮਾਤਮਾ ਦੇ ਸਰੂਪ ਰੂਪੀ ਫਲ ਨੂੰ ਪ੍ਰਾਪਤ ਕਰ ਲੈਂਦੇ ਹਨ। ਹਰੀ ਫਲ ਰੂਪ ਚ ਪ੍ਰਾਪਤ ਹੁੰਦਾ ਜਿਹੜੇ ਗੁਰੂ ਦੇ ਮੁਖ ਦੁਆਰਾ ਸਤਿਗੁਰਾਂ ਨੂੰ ਸੇਵਦੇ ਹਨ। ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀਵ ਪ੍ਰਭ ਨਾਲੇ। ਜਿਨ੍ਹਾਂ ਦੀ ਹਰੀ ਪਰਮੇਸ਼ਰ ਨਾਲ ਪਿਰਹੜੀ ਪ੍ਰੀਤ ਹੈ ਉਹ ਹਰ ਵੇਲੇ ਪਰਮੇਸ਼ਰ ਨੂੰ ਆਪਣੇ ਜੀੜੇ ਦੇ ਨਾਲ ਜਾਣਦੇ ਆ ਵੀ ਵਾਹਿਗੁਰੂ ਸਦਾ ਹੀ ਸਾਡੇ ਅੰਗ ਸੰਗ ਹੈ, ਉਹ ਸਦਾ ਹੀ ਸਾਡੇ ਨਾਲ ਹੈ। ਓਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸੰਭਾਲੇ। ਉਸ ਪਿਆਰੇ ਵਾਹਿਗੁਰੂ ਨੂੰ ਜਪ ਜਪ ਕੇ ਜੀਵਦੇ ਹਨ ਔਰ ਹਰੀ ਦੇ ਨਾਮ ਨੂੰ ਸੰਭਾਲਦੇ ਹਨ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁਮ ਜਾਇਆ। ਜਿਨ੍ਹਾਂ ਨੇ ਗੁਰਮੁਖ ਪਿਆਰੇ ਨੂੰ ਸੇਵਿਆ ਗੁਰੂ ਨੂੰ ਸੇਵਿਆ ਮੈਂ ਤਿਨਾਂ ਤੋਂ ਘੁੰਮ ਜਾਵਾਂ। ਆਹ ਤਿਨਾਂ ਤੋਂ ਬਾਰੇ ਜਾਵਾਂ ਤਿਨਾਂ ਤੋਂ ਬਲਿਹਾਰ ਜਾਵਾਂ। ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ। ਉਹ ਆਪ ਛੁੱਟ ਗਏ ਨੇ ਆਪਣੇ ਪਰਿਵਾਰਾਂ ਸਮੇਤ ਔਰ ਉਹ ਸਾਰੇ ਜਗਤ ਨੂੰ ਛੁਡਾ ਕੇ ਲੈ ਜਾਂਦੇ ਆ। ਭਾਵ ਜਗਤ ਦੇ ਜਿਹੜੇ ਜਿਹੜੇ ਪ੍ਰਾਣੀ ਉਹਨਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਦੇ ਹਨ ਉਹ ਉਹਨਾਂ ਨੂੰ ਵੀ ਛੁਡਾ ਲੈਂਦੇ ਹਨ। ਗੁਰ ਪਿਆਰਾ ਹਰ ਸੇਵਿਆ ਗੁਰ ਧਨ ਗੁਰ ਧਨੋ। ਜਿਨ੍ਹਾਂ ਨੇ ਪਿਆਰੇ ਗੁਰੂ ਨੂੰ ਸੇਵਿਆ ਹੈ ਇਹ ਗੱਲ ਕਰਕੇ ਜਾਣ ਲਓ ਭਾਈ ਕਿ ਗੁਰੂ ਧਨ ਹੈ, ਗੁਰੂ ਧਨ ਹੈ। ਜਿਹੜਾ ਗੁਰੂ ਉਸ ਹਰੀ ਨੂੰ ਹੀ ਸੇਵਦਾ, ਗੁਰੂ ਤੇ ਪਰਮੇਸ਼ਰ 'ਚ ਭੇਦ ਨਹੀਂ ਨਾ। ਗੁਰ ਪਰਮੇਸ਼ਰ ਇੱਕੋ ਹੀ ਹਨ, ਦੋਨਾਂ ਵਿੱਚ ਕੋਈ ਫਰਕ ਨਹੀਂ। ਜਿਹੜਾ ਫਰਕ ਸਮਝੇ ਉਹ ਸਿੱਖ ਨਹੀਂ। ਗੁਰੂ ਨਾਨਕ ਸਾਹਿਬ ਤੇ ਪਰਮੇਸ਼ਰ 'ਚ ਜਿਹੜਾ ਫਰਕ ਸਮਝੇ ਉਹ ਸਿੱਖ ਹੀ ਨਹੀਂ ਹੋ ਸਕਦਾ। ਗੁਰੂ ਤੇ ਗੁਰੂ ਹਰੀ ਅਕਾਲ ਪੁਰਖ ਪਰਮੇਸ਼ਰ ਇੱਕੋ ਹੀ ਨੇ। ਇਸ ਕਰਕੇ ਕਹੋ ਗੁਰੂ ਧਨ ਹੈ, ਗੁਰੂ ਧਨ ਹੈ, ਗੁਰ ਧਨ ਗੁਰ ਧਨੋ। ਗੁਰੂ ਧਨ ਹੈ, ਧਨ ਹੈ, ਧਨ ਹੈ। ਸਭ ਆਖੋ ਧਨ 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 ਗੁਰ ਸੋਈ। ਸਤਿਗੁਰੂ ਜੀ ਧਨ ਹਨ। ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ। ਗੁਰੂ ਨੇ ਸਾਨੂੰ ਹਰੀ ਦਾ ਮਾਰਗ ਦੱਸਿਆ। ਰੱਬ ਦੇ ਘਰ ਜਾਣ ਵਾਸਤੇ ਕਿਹੜਾ ਰਾਹ ਹੈ ਉਹ ਗੁਰੂ ਨੇ ਸਾਨੂੰ ਦੱਸਿਆ। ਇਹ ਸਾਡੇ ਗੁਰੂ ਦਾ ਸਾਡੇ ਤੇ ਬੜਾ ਵੱਡਾ ਪੁੰਨ ਹੈ। ਨਹੀਂ ਤਾਂ ਦੱਸਦੇ ਹੀ ਨਹੀਂ ਸਨ ਸੰਸਾਰ ਦੇ ਵਿੱਚ। ਕਹਿੰਦੇ ਜਿਹੜੇ ਸਾਡੇ ਵਰਣ ਦੇ ਨੇ ਉਹਨਾਂ ਨੂੰ ਹੀ ਦੱਸਣਾ। ਆ ਸ਼ੂਦਰਾਂ ਵੈਸ਼ਾਂ ਨੂੰ ਨਹੀਂ ਅਸੀਂ ਕੁਝ ਰੱਬ ਦਾ ਉਪਦੇਸ਼ ਦੇਣਾ। ਸਾਡੇ ਗੁਰੂ ਸਾਹਿਬ ਨੇ ਸਾਡੇ ਸਾਰੇ ਜਗਤ ਦੇ ਜੀਵਾਂ ਦੇ ਉੱਤੇ ਵੱਡਾ ਪੁੰਨ ਕੀਤਾ, ਪਰਉਪਕਾਰ ਕੀਤਾ ਹੈ। ਸਾਨੂੰ ਸਾਰਿਆਂ ਨੂੰ ਹਰੀ ਦੇ ਘਰ ਦਾ ਮਾਰਗ ਦੱਸਿਆ। ਇਹ ਹੁਣ ਸਾਡੀ ਨਲਾਇਕੀ ਹੈ ਵੀ ਅਸੀਂ ਉਹਦੇ ਤੇ ਟੁਰਦੇ ਨਹੀਂ। ਗੁਰੂ ਨੇ ਤਾਂ ਦੱਸ ਦਿੱਤਾ ਮਾਰਗ, ਨਲਾਇਕੀ ਸਾਡੀ ਆ ਖੜੇ ਉੱਥੇ ਹੀ ਅਸੀਂ ਇੱਕੋ ਜਗ੍ਹਾ ਦੇ ਉੱਤੇ ਅੱਗੇ ਟੁਰੀਏ ਹੀ ਨਾ ਤੇ ਕਿਵੇਂ ਪਹੁੰਚਾਂਗੇ। ਪੁੱਛਤ ਪਥਕ ਪਗ ਧਾਰਤ ਨਾ ਮਗ ਪ੍ਰੀਤਮ ਕਾ ਦੇਸ ਕੈਸੇ ਬਾਤਨ ਸਜਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਰਾਹ ਵੀ ਪੁੱਛ ਲਿਆ ਤੇ ਰਾਹ ਪਤਾ ਵੀ ਲੱਗ ਗਿਆ ਵੀ ਆ ਜਾਂਦਾ ਹੈ। ਟੁਰੀਏ ਨਾ ਤੇ ਗੱਲਾਂ ਹੀ ਕਰੀ ਜਾਈਏ ਜੀ ਇਹ ਰੱਬ ਦੇ ਘਰ ਦਾ ਰਾਹ ਹੈ, ਜੀ ਇਹ ਰੱਬ ਦੇ ਘਰ ਦਾ ਰਸਤਾ ਹੈ, ਇਹਦੇ ਤੇ ਟੁਰਿਆ ਰੱਬ ਨੂੰ ਮਿਲੀਦਾ ਹੈ। ਗੱਲਾਂ ਹੀ ਕਰੀ ਜਾਈਏ ਤੇ ਪਹੁੰਚਣਾ ਥੋੜੀ ਹੈ ਗੱਲਾਂ ਨਾਲ। ਹਾਂਜੀ। ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ। ਜਿਹੜੇ ਗੁਰਸਿੱਖ ਗੁਰੂ ਨੂੰ ਸੇਵਦੇ ਹਨ, ਗੁਰੂ ਦੀ ਆਰਾਧਨਾ ਕਰਦੇ ਹਨ ਉਹ ਪ੍ਰਾਣੀ ਪੁੰਨ ਕਹੀਏ ਪਵਿੱਤਰ ਹਨ। ਇੱਥੇ ਪੁੰਨ ਦਾ ਅਰਥ ਕਰਾਂਗੇ ਪਵਿੱਤਰ, ਪਾਵਨ। ਉਹ ਪ੍ਰਾਣੀ ਪਵਿੱਤਰ ਹੋ ਗਏ ਨੇ, ਪਾਵਨ ਹੋ ਗਏ ਨੇ ਜਿਹੜੇ ਗੁਰੂ ਪਿਆਰੇ ਨੂੰ ਸੇਵਦੇ ਹਨ, ਜਿਹੜੇ ਸਤਿਗੁਰਾਂ ਨੂੰ ਸੇਵਦੇ ਹਨ। ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਨੀ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਨੇ ਮੈਂ ਤਿਨਾਂ ਤੋਂ ਵਾਰੇ ਜਾਂਦਾ ਹਾਂ ਔਰ ਤਿਨਾਂ ਤੋਂ ਸਦਾ ਸਦਾ ਕੁਰਬਾਨ ਜਾਂਦਾ ਹਾਂ। ਕਿਹਨਾਂ ਤੋਂ? ਜਿਹੜੇ ਗੁਰੂ ਦੀ ਸੇਵਾ ਕਰਦੇ ਨੇ। ਧੰਨ ਹਨ ਉਹ ਸਾਰੇ ਜਿਹੜੇ ਗੁਰੂ ਪਿਆਰੇ ਨੂੰ ਸੇਵਦੇ ਨੇ। ਧੰਨ ਨੇ, ਧੰਨ ਨੇ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਸਾਡੇ ਤੋਂ ਕਈ ਗੁਣਾ ਵੱਧ ਚੰਗੇ ਨੇ ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ।
ਇਹ ਭਾਵਨਾ ਗੁਰਸਿੱਖ ਦੇ ਹਿਰਦੇ ਵਿੱਚ ਹੈ। ਗੁਰਮੁਖ ਸਖੀ ਸਹੇਲੀਆਂ ਸਿਆ ਆਪ ਹਰ ਪਾਈਆ। ਜਿਹੜੀਆਂ ਗੁਰਮੁਖ ਸਖੀ ਸਹੇਲੀਆਂ ਹਨ ਉਹ ਹਰੀ ਨੂੰ ਆਪ ਪਾਉਂਦੀਆਂ ਨੇ। ਗੁਰਮੁਖ ਸਖੀਆਂ ਨੇ ਨਾ, ਗੁਰਮੁਖਤਾਈ ਨੂੰ ਧਾਰਨ ਕਰਨ ਵਾਲੀਆਂ ਸਖੀਆਂ ਨੇ। ਉਹੀ ਮੇਰੀਆਂ ਸਹੇਲੀਆਂ ਕਹੀਏ ਮੇਰੇ ਮਿੱਤਰ ਨੇ ਜਿਹੜੇ ਗੁਰਮੁਖ ਨੇ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦੇ ਹਨ। ਹਰ ਦਰਗਹਿ ਪੈ ਨਾਈਆ ਹਰ ਆਪ ਗਲ ਲਾਈਆ। ਹਰੀ ਵਾਹਿਗੁਰੂ ਇਹੋ ਜਿਹੇ ਗੁਰਮੁਖਾਂ ਨੂੰ ਆਪਣੀ ਦਰਗਾਹ ਦੇ ਵਿੱਚ ਆਇਆਂ ਨੂੰ ਸਿਰੇ ਪਾਉ ਪਹਿਨਾਉਂਦਾ ਇੱਜ਼ਤ ਦਾ। ਜਦੋਂ ਪਹਿਨਾਈਆ ਸ਼ਬਦ ਵਰਤਿਆ ਜਾਂਦਾ ਇਹਦਾ ਮਤਲਬ ਸਿਰੇ ਪਾਉ ਹੈ। ਵਾਹਿਗੁਰੂ ਜੀ ਆਪਣੇ ਘਰ ਵਿੱਚ ਆਇਆਂ ਨੂੰ ਫਿਰ ਸਿਰੇ ਪਾਉ ਬਖਸ਼ਦੇ ਐ, ਮਾਣ ਦਿੰਦੇ ਐ, ਸਤਿਕਾਰ ਦਿੰਦੇ ਐ। ਗੁਰਮੁਖ ਪਿਆਰਾ ਹੈ। ਆਪ ਵਾਹਿਗੁਰੂ ਪਰਮੇਸ਼ਰ ਜੀ ਆਦਰ ਦਿੰਦੇ ਹਨ ਉਹਨਾਂ ਨੂੰ, ਔਰ ਹਰੀ ਜੀ ਇੰਨਾ ਮਾਣ ਦਿੰਦੇ ਆ ਵੀ ਸਿਰੇ ਪਾਉ ਦੇ ਕੇ ਇੱਜ਼ਤ ਦਾ ਆਪਣੇ ਗਲ ਨਾਲ ਲਾਉਂਦੇ ਆ ਵੀ ਇਹ ਮੇਰੇ ਗਲ ਦਾ ਹਾਰ ਹੈ, ਇਹ ਮੇਰੇ ਕੰਠ ਦਾ ਹਾਰ ਹੈ। ਐਸਾ ਮਾਣ ਸਤਿਗੁਰੂ ਜੀ ਆਪਣੇ ਪਿਆਰੇ ਗੁਰਮੁਖਾਂ ਨੂੰ ਬਖਸ਼ਦੇ ਹਨ। ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜਾ। ਜਿਹੜੇ ਗੁਰਮੁਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਮਹਾਰਾਜ ਮੇਰੇ ਤੇ ਤਰਸ ਕਰੋ, ਮੈਨੂੰ ਉਹਨਾਂ ਦੇ ਦਰਸ਼ਨ ਕਰਾਓ। ਨਾਮ ਜਪਣ ਵਾਲੀਆਂ ਰੂਹਾਂ ਦੇ ਦਿਦਾਰੇ ਕਰਾਓ ਮਹਾਰਾਜ, ਮਨਮੁਖਾਂ ਸਾਖਤਾਂ ਦੇ ਦਰਸ਼ਨ ਨਾ ਕਰਾਇਓ। ਜਿਨ੍ਹਾਂ ਨੂੰ ਮਿਲਦੇ ਆ ਤੁਸੀਂ ਭੁੱਲ ਜਾਓ, ਇਹੋ ਜਿਹਿਆਂ ਦੀ ਸ਼ਕਲ ਵੀ ਵੇਖਣੀ ਨਸੀਬ ਨਾ ਹੋਵੇ ਸਾਨੂੰ। ਮਹਾਰਾਜ ਐਸੀਆਂ ਗੁਰਮੁਖ ਰੂਹਾਂ ਦੇ ਦਿਦਾਰੇ ਕਰਾਓ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਅੰਮ੍ਰਿਤ ਨਾਮ ਚੇਤੇ ਆਵੇ। ਔਰ ਉਹ ਧਨ ਹਨ, ਉਹ ਧਨ ਹਨ ਮਹਾਰਾਜ ਐਸੇ ਜਿਹੜੇ ਧਨ ਹੋਏ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਹਨ। ਮੈਨੂੰ ਤਿਨਾਂ ਦੇ ਦਰਸ਼ਨ ਬਖਸ਼ੋ। ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜਾ। ਇਹੋ ਜੇ ਨਾਮ ਜਪਣ ਵਾਲੇ ਗੁਰਮੁਖਾਂ ਦੇ ਚਰਨਾਂ ਨੂੰ ਮੈਂ ਪਖਾਲਦਾ ਹਾਂ, ਧੋਂਦਾ ਤੇ ਧੋ ਧੋ ਕੇ ਉਹਨਾਂ ਦੇ ਚਰਨਾਂ ਦੀ ਧੂੜ ਪੀਂਦਾ ਹਾਂ। ਪੀ ਜਾਵਾਂ, ਜਿਵੇਂ ਕਹਿੰਦੇ ਨਾ ਵੀ ਆਹ ਚੀਜ਼ ਮੈਂ ਪੀ ਜਾਵਾਂ, ਅੰਦਰ ਘੋੜ ਕੇ ਪਾ ਲਵਾਂ। ਕੋਈ ਵਸਤੂ ਕਹਿੰਦੇ ਆ ਕਿਤਾਬ ਹੈ ਮੈਂ ਘੋਲ ਕੇ ਪੀ ਜਾਵਾਂ, ਉਹ ਪਾਣੀ 'ਚ ਤਾਂ ਨਹੀਂ ਘੋਲ ਕੇ ਪੀਤੀ ਜਾਂਦੀ। ਉਹਦਾ ਮਤਲਬ ਆ ਹਿਰਦੇ 'ਚ ਹੀ ਵਸਾ ਲਵਾਂ। ਇੰਨੀ ਨਿਮਰਤਾ, ਇਤਨੀ ਹਲੀਮੀ ਮੈਂ ਉਹਨਾਂ ਗੁਰਸਿੱਖਾਂ ਪ੍ਰਤੀ ਧਾਰਨ ਕਰਾਂ ਕਿ ਉਹਨਾਂ ਦੇ ਚਰਨਾਂ ਦੀ ਧੂੜ ਹੋ ਕੇ ਖਾਕ ਬਣ ਕੇ ਰਹਾਂ। ਕਦੇ ਆਪਣਾ ਉੱਚਾ ਸਾਹ ਵੀ ਨਾ ਲਵਾਂ ਉਹਨਾਂ ਦੇ ਸਾਹਮਣੇ ਗੁਰਸਿੱਖਾਂ ਦੇ। ਇਹੋ ਜਿਹਾ ਅਦਬ ਗੁਰਸਿੱਖਾਂ ਪ੍ਰਤੀ, ਗੁਰਮੁਖਾਂ ਪ੍ਰਤੀ ਮੇਰੇ ਹਿਰਦੇ ਵਿੱਚ ਹੋਵੇ। ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆਂ। ਆ ਜਿਹੜੀਆਂ ਆਪ ਹੁਦਰੀਆਂ ਕਰਨ ਵਾਲੀਆਂ ਜੀਵ ਰੂਪੀ ਇਸਤਰੀਆਂ ਨੇ, ਹੁਣ ਉਹਨਾਂ ਦੀ ਗੱਲ ਕਰਦੇ ਮਨਮੁਖਾਂ ਸਾਖਤਾਂ ਤੇ ਦੁਰਜਨਾਂ ਦੇ ਉੱਤੇ ਗੁਰਮੁਖਾਂ ਦੀ ਕਰਕੇ ਆਏ ਨੇ। ਇੱਥੇ ਕਹਿੰਦੇ ਆ ਜਿਹੜੇ ਪਾਨ ਖਾਣ ਵਾਲੇ, ਪਾਨਾਂ ਦੇ ਬੀੜੇ ਚੱਬਣ ਵਾਲੇ, ਸੁਪਾਰੀਆਂ ਖਾਣ ਵਾਲੇ, ਸੁਪਾਰੀ ਖਾਤੀਆਂ, ਸੁਪਾਰੀਆਂ ਖਾਣ ਵਾਲੇ, ਮੁਖ ਬੀੜੀਆਂ ਲਾਈਆਂ, ਮੂੰਹ ਨੂੰ ਬੀੜੀਆਂ ਲਾਈਆਂ ਹੋਈਆਂ ਹਨ। ਬੀੜੀਆਂ ਦੇ ਅਰਥ ਬੀੜੇ ਵੀ ਕੀਤੇ ਨੇ ਪਾਨਾਂ ਦੇ, ਪਰ ਆਮ ਕਰਕੇ ਆ ਜਿਹੜੇ ਬੀੜੀਆਂ ਪੀਂਦੇ ਹਨ, ਪੰਜਾਬ ਦੀ ਧਰਤੀ ਨੂੰ ਗੰਧਲਾ ਕਰਕੇ ਰੱਖ ਦਿੱਤਾ ਇਹਨਾਂ ਬੀੜੀਆਂ ਸਿਗਰਟਾਂ ਪੀਣ ਵਾਲਿਆਂ ਨੇ। ਇਹ ਪੰਜਾਬੀਆਂ ਦਾ ਸ਼ੌਂਕ ਨਹੀਂ ਸੀ। ਇੱਧਰ ਚੜ੍ਹਦੇ ਵਾਲੇ ਪਾਸੇ ਰਹਿਣ ਵਾਲੇ ਲੋਕਾਂ ਦੀਆਂ ਇਹ ਬਿਰਤੀਆਂ ਸਨ, ਉਹ ਲੈ ਕੇ ਆਏ ਪੰਜਾਬ ਦੀ ਭੂਮੀ ਤੇ। ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ, ਆਪਣੇ ਪੰਥ ਨੂੰ ਇਸ ਗੰਦੇ ਧੂਏ ਤੋਂ ਬਚਾਇਆ ਹੈ। ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਦਕ ਸੁਹਾਏ। ਖਾਲਸਾ ਇਸ ਗੰਦੇ ਧੂਏ ਤੋਂ ਰਹਿਤ ਹੋ ਕੇ ਸੰਸਾਰ 'ਚ ਸ਼ੋਭਨੀਕ ਹੁੰਦਾ ਹੈ। ਪਤਾ ਨਹੀਂ ਸਰਕਾਰਾਂ ਕਹਿੰਦੀਆਂ ਨੇ ਜੀ ਅਸੀਂ ਇਹਦੇ ਤੇ ਪਾਬੰਦੀ ਲਾਈ ਹੈ, ਇਹ ਤਮਾਕੂ ਪੰਜਾਬ ਦੇ ਵਿੱਚ ਨਹੀਂ ਵਿਕ ਸਕਦਾ, ਪਰ ਭਲਾ ਦੱਸੋ ਵੀ ਵਿਕਦਾ ਨਹੀਂ? ਥਾਂ ਥਾਂ ਤੇ ਖੋਖੇ ਨਹੀਂ ਲੱਗੇ ਹੋਏ ਇਹਨਾਂ ਦੇ? ਉਦਾਂ ਜੀ ਪਾਬੰਦੀ ਹੈ। ਇਹ ਤਾਂ ਜੇਲ੍ਹਾਂ ਵਿੱਚ ਵੀ ਪਹੁੰਚ ਜਾਂਦਾ ਹੈ ਜਿੱਥੇ ਸਾਰੀਆਂ ਪਾਬੰਦੀਆਂ ਹੁੰਦੀਆਂ ਹਨ। ਇਹੋ ਜਿਹੀ ਬਿਰਤੀ ਲੋਕਾਂ ਦੀ ਕਿਉਂ ਢਿੱਲੇ ਹਨ? ਫਿਰ ਨਾਲੇ ਕਹਿੰਦੇ ਜੀ ਇੱਥੋਂ ਕੈਂਸਰ ਹੁੰਦੀ ਹੈ ਜੀ, ਤੇ ਫਿਰ ਕਿਉਂ ਘਰ ਘਰ ਕੈਂਸਰ ਵੰਡਦੀਆਂ ਨੇ ਸਰਕਾਰਾਂ? ਕੀ ਇਹਨਾਂ ਦੇ ਆਪਣੇ ਨਿੱਜੀ ਸਵਾਰਥ ਹਨ?
ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ ਜਿਹੜੇ ਆ ਬੀੜੀਆਂ ਪੀਣ ਵਾਲੇ ਨੇ, ਪਾਨ ਖਾਣ ਵਾਲੇ, ਸੁਪਾਰੀਆਂ ਖਾਣ ਵਾਲੇ, ਰੱਬ ਨੂੰ ਵਿਸਾਰਨ ਵਾਲੇ ਹਨ। ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ। ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਕਦੇ ਚੇਤਿਆ ਇਹਨਾਂ ਨੇ ਜੰਮਾਂ ਦੀ ਖੁਰਾਕ ਬਣਨਾ, ਜੰਮ ਨੇ ਫੜ ਕੇ ਲੈ ਕੇ ਜਾਣਾ ਇਹਨਾਂ ਮਲੇਛਾਂ ਨੂੰ। ਇਹ ਜੰਮਾਂ ਦੇ ਵਸ ਪੈਣ ਵਾਲੇ ਹਨ। ਜੰਮ ਨਹੀਂ ਆਪਣਾ ਇਹਨਾਂ ਨੂੰ ਖਾਜਾ ਬਣਾਉਣਾ, ਜਿਹੜੇ ਇਹੋ ਜਿਹੀਆਂ ਬਿਰਤੀਆਂ ਰੱਖਣ ਵਾਲੇ ਹਨ। ਗੁਰੂ ਘਰਾਂ ਦੀਆਂ ਵੀ ਬੇਅਦਬੀਆਂ ਕਰਨ ਦੀ ਬਿਰਤੀ ਰੱਖਣ ਵਾਲੇ ਲੋਕ ਪਤਾ ਨਹੀਂ ਕਿਹਨਾਂ ਪਾਲਸੀਆਂ ਦੇ ਤਹਿਤ ਇਹੋ ਜਿਹੀਆਂ ਬਿਰਤੀਆਂ ਰੱਖਣ ਲੱਗ ਪਏ ਨੇ। ਇਹ ਗੰਦਾ ਧੂਆਂ ਮਹਾਰਾਜ ਜੀ ਦੇ ਅਸਥਾਨਾਂ ਦੇ ਉੱਤੇ ਆ ਕੇ ਫੂਕਣ ਲੱਗ ਪਏ ਨੇ। ਇਹਨਾਂ ਨੀਚਾਂ ਦਾ ਇਸ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿੱਚ ਕਿਤੇ ਇਹਨਾਂ ਨੂੰ ਥਾਂ ਨਹੀਂ ਲੱਭਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜੰਮਾਂ ਦਾ ਖਾਜਾ ਹਨ, ਅੱਜ ਨਹੀਂ ਤਾਂ ਕੱਲ ਜੰਮ ਨੇ ਧਰ ਦਬੋਚਣਾ ਇਹੋ ਜਿਹਿਆਂ ਨੂੰ। ਇਹ ਜੰਮ ਤੋਂ ਬਹੁਤੇ ਲੰਮੇ ਸਮੇਂ ਤੱਕ ਬਚਣ ਵਾਲੇ ਨਹੀਂ ਹਨ। ਯਾਦ ਰੱਖ ਲੈਣੇ ਹੋ ਜੇ ਲੋਕ, ਜੰਮ ਨੇ ਆ ਕੇ ਤਿਨਾਂ ਨੂੰ ਭਖ ਲੈਣਾ, ਖਾ ਲੈਣਾ ਹੈ। ਜਿਨ ਹਰ ਨਾਮਾ ਹਰ ਚੇਤਿਆ, ਹਿਰਦਾ ਉਰ ਧਾਰੇ। ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤਿਆ, ਹਰੀ ਦੇ ਨਾਮ ਦੀ ਆਰਾਧਨਾ ਕੀਤੀ ਹੈ ਔਰ ਹਰੀ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ। ਤਿਨ ਜਮ ਨੇੜ ਨਾ ਆਵਈ, ਗੁਰ ਸਿੱਖ ਗੁਰ ਪਿਆਰੇ। ਤਿਨਾਂ ਦੇ ਨੇੜੇ ਵੀ ਨਹੀਂ ਆਉਂਦੇ ਜੰਮ, ਜਿਹੜੇ ਗੁਰੂ ਕੇ ਸਿੱਖ ਤੇ ਗੁਰੂ ਕੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਨੇ। ਹਾਂਜੀ, ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੈ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ, ਪਰ ਕੋਈ ਵਿਰਲਾ ਗੁਰਮੁਖੀ ਇਸ ਨਾਮ ਦੀ ਮਹਿਮਾ ਨੂੰ ਜਾਣਦਾ ਹੈ, ਸਤਿਗੁਰਾਂ ਦੇ ਨਾਮ ਦੇ ਪ੍ਰਤਾਪ ਨੂੰ ਜਾਣਦਾ ਹੈ। ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆਂ ਮਾਣੈ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲੇ ਹਨ, ਉਹ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦਤਾ ਦਾ ਰੰਗ ਰਲੀਆਂ ਕਹੀਏ, ਅਭੇਦਤਾ ਦਾ ਆਨੰਦ ਮਾਣਦੇ ਹਨ। ਸਤਿਗੁਰ ਦਾਤਾ ਆਖੀਐ, ਤੁਸ ਕਰੇ ਪਸਾਉ। ਸਤਿਗੁਰੂ ਜੀ ਦਾਤੇ ਨੇ ਸਾਰੀਆਂ ਦਾਤਾਂ ਦੇ, ਸਤਿਗੁਰ ਦਾਤਾ ਆਖੀਐ, ਸਤਿਗੁਰੂ ਜੀ ਦਾਤੇ ਨੇ, ਤੁਸ ਕਰੇ ਪਸਾਓ। ਤੁੱਠ ਕੇ ਰਹਿਮਤ ਦੇ ਘਰ ਵਿੱਚ ਆ ਕੇ ਸਤਿਗੁਰੂ ਕਰਦੇ ਹਨ। ਹਉ ਗੁਰ ਵਿਟਹੁ ਸਦ ਵਾਰਿਆ, ਜਿਨ ਦਿੱਤੜਾ ਨਾਉ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਆਪਣੇ ਗੁਰੂ ਤੋਂ ਵਾਰੇ ਵਾਰੇ ਜਾਂਦਾ ਹਾਂ। ਮੇਰੇ ਜਿਸ ਗੁਰੂ ਨੇ ਮੈਨੂੰ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਹੈ, ਸੋ ਧੰਨ ਗੁਰੂ ਸਾਬਾਸ ਹੈ, ਹਰ ਦੇ ਸਨੇਹਾ। ਮੇਰਾ ਗੁਰੂ ਧੰਨ ਹੈ, ਮੇਰੇ ਐਸੇ ਗੁਰੂ ਨੂੰ ਸਾਬਾਸ ਹੈ, ਮੇਰੇ ਜਿਸ ਗੁਰੂ ਨੇ ਮੈਨੂੰ ਹਰੀ ਦੇ ਘਰ ਦਾ ਸੁਨੇਹਾ ਦਿੱਤਾ ਹੈ। ਨਹੀਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਰੱਬ ਬਾਰੇ, ਸਾਨੂੰ ਤਾਂ ਸਤਿਗੁਰੂ ਜੀ ਨੇ ਦੱਸਿਆ ਨਾ, ਹਰੀ ਨੇ ਦੱਸਿਆ, ਗੁਰੂ ਨੇ ਦੱਸਿਆ। ਤੇ ਮੇਰੇ ਜਿਸ ਗੁਰੂ ਨੇ ਮੈਨੂੰ ਹਰੀ ਦੇ ਘਰ ਦਾ ਸੁਨੇਹਾ ਦਿੱਤਾ, ਮੇਰਾ ਐਸਾ ਗੁਰੂ ਧੰਨ ਹੈ, ਮੇਰੇ ਐਸੇ ਗੁਰੂ ਨੂੰ ਸਾਬਾਸ਼ ਹੈ। ਹਉ ਵੇਖ ਵੇਖ ਗੁਰ ਵਿਗਸਿਆ, ਗੁਰ ਸਤਿਗੁਰ ਦੇਹਾ। ਮੈਂ ਆਪਣੇ ਸਤਿਗੁਰਾਂ ਦੀ ਦੇਹ ਦੇ ਦਰਸ਼ਨ ਕਰਕੇ ਵੀ ਵੇਖ ਵੇਖ ਕੇ ਖੇੜੇ 'ਚ ਆ ਗਿਆ। ਮੇਰੇ ਗੁਰੂ ਦੀ ਦੇਹ ਵੀ ਪਵਿੱਤਰ ਹੈ, ਮੇਰੇ ਸਾਹਿਬ ਦਾ ਸਰੀਰ ਵੀ ਪਾਵਨ ਹੈ। ਤੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਦੇਹ ਵੀ ਦਿਵਿਆ ਸਿੱਧੀ ਕਾਇਆ ਹੈ। ਵਜਰ ਸਿੱਧੀ ਕਾਇਆ ਤਾਂ ਜੋਗੀਆਂ ਨੂੰ ਪ੍ਰਾਪਤ ਹੁੰਦੀ ਹੈ, ਪਰ ਦਿਵਿਆ ਕਾਇਆ ਸਿੱਧੀ ਨਹੀਂ। ਕਿ ਸਣੇ ਦੇ ਗੁਰੂ ਨਾਨਕ ਸਾਹਿਬ ਸੱਚਖੰਡ ਗਏ ਹਨ, ਕਲਗੀਧਰ ਪਾਤਸ਼ਾਹ ਦਾ ਸਰੀਰ ਅੰਗੀਠਾ ਚੁਣਦਿਆਂ ਉੱਥੋਂ ਕਿਸੇ ਪ੍ਰਕਾਰ ਦਾ ਵੇਸ਼ ਨਹੀਂ ਮਿਲਿਆ। ਮੇਰੇ ਸਤਿਗੁਰਾਂ ਦੀ ਦੇਹ ਵੀ ਧਨ ਹੈ, ਜਿਸ ਨੂੰ ਵੇਖ ਵੇਖ ਕੇ ਮੈਂ ਵਿਗਸਦਾ ਖੇੜੇ ਵਿੱਚ ਆਉਂਦਾ ਹਾਂ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਮੇਰੇ ਗੁਰੂ ਦੀ ਰਸਨਾ ਅੰਮ੍ਰਿਤ ਬੋਲਦੀ ਆ, ਉਹਦੇ ਤੋਂ ਹਮੇਸ਼ਾ ਅੰਮ੍ਰਿਤ ਹੀ ਬੋਲਿਆ ਜਾਂਦਾ ਹੈ। ਹਰੀ ਦੇ ਨਾਮ ਦੁਆਰਾ ਮੇਰੇ ਗੁਰੂ ਦੀ ਰਸਨਾ ਸੁਹਾਵੀ ਸ਼ੋਭਨੀਕ ਹੁੰਦੀ ਹੈ। ਜਿਨ ਸੁਣ ਸਿਖਾ ਗੁਰ ਮੰਨਿਆ, ਤਿਨਾ ਭੁੱਖ ਸਭ ਜਾਵੀ। ਜਿਨ੍ਹਾਂ ਨੇ ਗੁਰੂ ਦੇ ਮੁਖ ਦੁਆਰਾ ਹਰੀ ਨਾਮ ਨੂੰ ਸੁਣ ਕੇ ਹਿਰਦੇ 'ਚ ਮੰਨਿਆ ਹੈ, ਉਹਨਾਂ ਗੁਰਸਿੱਖਾਂ ਦੀਆਂ ਸਾਰੀਆਂ ਭੁੱਖਾਂ ਲੱਥ ਜਾਂਦੀਆਂ ਹਨ।
ਨਹੀਂ ਤਾਂ ਉਦਾਂ ਨਹੀਂ ਭੁੱਖ ਉਤਰਦੀ, ਭਾਵੇਂ ਪੁਰੀਆਂ ਦੇ ਭਾਰ ਬੰਨ੍ਹ ਕੇ ਪ੍ਰਾਪਤ ਹੋ ਜਾਣ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਾਰੀਆਂ ਪੁਰੀਆਂ ਦੇ ਭਾਰ ਬੰਨ੍ਹ ਕੇ ਦੇ ਦੇਵੇ ਰੱਬ ਵੀ ਆਹ ਲੈ ਹੁਣ ਭੁੱਖ ਦੂਰ ਹੋ ਜਾਏਗੀ ਤੇਰੀ, ਭੁੱਖ ਨਹੀਂ ਉਤਰਦੀ। ਜਿਤਨਾ ਮਰਜੀ ਕੋਈ ਬੰਦਾ ਜਿਤਨਾ ਮਰਜੀ ਜੋੜੀ ਜਾਏ, ਇਕੱਠਾ ਕਰੀ ਜੇ, ਭੁੱਖ ਨਹੀਂ ਦੂਰ ਹੁੰਦੀ। ਪਰ ਜਿਹੜੇ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਦੇ ਹਨ ਆਪਣੇ ਗੁਰੂ ਦੇ ਕੋਲੋਂ, ਉਹਨਾਂ ਦੀਆਂ ਸਾਰੀਆਂ ਭੁੱਖਾਂ ਲੱਥ ਜਾਂਦੀਆਂ ਹਨ। ਹਰ ਕਾ ਮਾਰਗ ਆਖੀਐ, ਕਹੋ ਕਿਤ ਬਿਦ ਜਾਈਐ। ਹਰੀ ਦਾ ਜਿਹੜੇ ਰੱਬ ਦੇ ਘਰ ਦਾ ਮਾਰਗ ਆਖਿਆ ਸਤਿਗੁਰਾਂ ਨੇ ਕਿਹਾ ਹੈ, ਕਿਹਾ ਜਾਂਦਾ ਹੈ। ਮਹਾਰਾਜ ਉਸ ਰਸਤੇ ਤੇ ਕਿਵੇਂ ਚੱਲੀਏ ਅਸੀਂ? ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਮਹਾਰਾਜ ਜਿਹੜਾ ਆਪ ਜੀ ਨੇ ਹਰੀ ਦੇ ਘਰ ਦਾ ਮਾਰਗ ਦੱਸਿਆ ਹੈ, ਉਸ ਮਾਰਗ ਤੇ ਕਿਵੇਂ ਚੱਲੀਏ ਅਸੀਂ, ਕਿਵੇਂ ਟੁਰੀਏ, ਸਾਨੂੰ ਜੁਗਤ ਦੱਸੋ। ਜਿਨ ਗੁਰਮੁਖ ਹਾਰਿਆ ਰਾਧਿਆ, ਸੀਸ਼ਾਹ ਵੱਡ ਦਾਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਭਾਈ ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਏ। ਹੇ ਵਾਹਿਗੁਰੂ, ਦੁਬਾਰਾ ਪੜੋ। ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਐ। ਕਹਿੰਦੇ ਸਤਿਗੁਰੂ ਜੀ ਨੇ ਦੱਸਿਆ ਵੀ ਉਸ ਰਸਤੇ ਤੇ ਕਿਵੇਂ ਚੱਲੀਦਾ ਹੈ। ਕਹਿੰਦੇ ਸਤਿਗੁਰੂ ਜੀ ਪਾਤਸ਼ਾਹ ਕਹਿੰਦੇ ਹਰੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਇਹਨੂੰ ਜਪੋ, ਆਹ ਖਰਚਾ ਉੱਥੇ ਲੈ ਕੇ ਜਾਓ। ਉਸ ਮਾਰਗ ਦੇ ਉੱਤੇ ਸਿਰਫ ਇਹੀ ਨਾਲ ਨਿਭਣਾ ਹੈ। ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਖਰਚ ਨਾਲ ਨਹੀਂ ਜਾਣਾ। ਕੇਵਲ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ, ਇਹ ਖਰਚਾ ਆਪਣੇ ਨਾਲ ਲੈ ਕੇ ਚੱਲੋ। ਜਿਨ ਗੁਰਮੁਖ ਹਾਰਿਆ ਰਾਧਿਆ, ਸੀਸ਼ਾਹ ਵੱਡ ਦਾਣੇ। ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮੇਸ਼ਰ ਦੀ ਆਰਾਧਨਾ ਕੀਤੀ, ਨਿਰੰਕਾਰ ਦੀ ਆਰਾਧਨਾ ਕੀਤੀ ਹੈ, ਸੇ ਸਾਹਾ ਵੱਡ ਦਾਣੇ। ਉਹ ਵੀ ਵੱਡੇ ਦਾਨੇ ਸ਼ਾਹੂਕਾਰ ਹਨ, ਉਹ ਵੀ ਵੱਡੇ ਸ਼ਾਹ ਹਨ। ਹਉ ਸਤਿਗੁਰ ਕਉ ਸਦਵਾਰਿਆ, ਗੁਰ ਬਚਨ ਸਮਾਣੇ। ਮੈਂ ਆਪਣੇ ਸਤਿਗੁਰਾਂ ਤੋਂ ਸਦਾ ਲਈ ਵਾਰੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਗੁਰ ਬਚਨ ਸਮਾਣੇ, ਔਰ ਗੁਰੂ ਦੇ ਬਚਨਾਂ ਦੁਆਰਾ ਮੈਂ ਉਹਨਾਂ ਵਿੱਚ ਸਮਾ ਗਿਆ ਹਾਂ, ਹਰੀ ਵਿੱਚ ਸਮਾ ਕੇ ਅਭੇਦ ਹੋ ਗਿਆ ਹਾਂ। ਤੂੰ ਠਾਕੁਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ। ਏ ਵਾਹਿਗੁਰੂ ਤੂੰ ਠਾਕੁਰ ਹੈ, ਤੂੰ ਸਾਹਿਬ ਹੈ, ਤੂੰ ਮੇਰਾ ਪਾਤਸ਼ਾਹ ਹੈ। ਮੀਰਾ ਕਹਿੰਦੇ ਨੇ ਪਾਤਸ਼ਾਹ ਨੂੰ। ਮੀਰੀ ਤੇ ਪੀਰੀ, ਮੀਰੀ ਦਾ ਮਤਲਬ ਹੈ ਪਾਤਸ਼ਾਹੀ ਤੇ ਪੀਰੀ ਦਾ ਮਤਲਬ ਹੈ ਫਕੀਰੀ। ਮਹਾਰਾਜ ਤੁਸੀਂ ਮੇਰੇ ਪਾਤਸ਼ਾਹ ਹੋ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਦੀਨ ਤੇ ਦੁਨੀਆ ਦੇ ਪਾਤਸ਼ਾਹ ਹੋ, ਮੇਰੇ ਠਾਕੁਰ ਹੋ, ਮੇਰੇ ਸਾਹਿਬ ਹੋ। ਤੁਧ ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਬੰਦਗੀ ਭਾਉਂਦੀ ਹੈ, ਤੁਹਾਡੀ ਬੰਦਗੀ ਤੋ ਗੁਣਾ ਦੇ ਅਥਾ ਡੂੰਘੇ ਸਾਗਰ ਹੋ। ਮਹਾਰਾਜ ਜੀ ਤੁਸੀਂ ਗੁਣੀ ਗਹੀਰਾ, ਡੂੰਘੇ ਅਥਾ ਸਾਗਰ ਹੋ ਗੁਣਾ ਦੇ। ਮਹਾਰਾਜ ਇੱਕ ਗੁਣ ਨਹੀਂ, ਤੁਹਾਡੇ ਚ ਬੇਅੰਤ ਗੁਣਾ ਦੇ ਮਾਲਕ ਹੋ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਵਾਹਿਗੁਰੂ ਆਪ ਹੀ ਇੱਕ ਰੰਗ ਹੈ, ਇੱਕ ਰੰਗ ਹੈ ਉਹਦਾ, ਯਾਨੀ ਕਿ ਨਿਰਾਕਾਰ ਸਰੂਪ ਵਿੱਚ ਇੱਕੋ ਹੀ ਹੈ, ਤੇ ਸਰਗੁਣ ਸਰੂਪ ਵਿੱਚ ਬਹੁ ਰੰਗੀ ਹੋ ਕੇ ਜਿੰਨੇ ਜੀਵ ਨੇ ਸਾਰੇ ਉਹਦਾ ਹੀ ਰੂਪ ਨੇ। ਇੱਕ ਰੰਗ ਵੀ ਹੈ ਤੇ ਬਹੁ ਰੰਗੀ ਵੀ ਹੈ, ਬਹੁ ਰੰਗਾਂ ਵਿੱਚ ਹੋ ਕੇ ਵੀ ਇੱਕ ਰੰਗੀ ਹੈ। ਹਾਂਜੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਭਾਵੇ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਕਹਿੰਦੇ ਸਾਡੇ ਲਈ ਉਹੀ ਗੱਲ ਚੰਗੀ ਹੈ ਜਿਹੜੀ ਉਹਨੂੰ ਭਾਵੇ। ਜਿਹੜੀਆਂ ਆਪ ਹੁਦਰੀਆਂ ਨੇ ਨਾ ਸਾਡੀਆਂ, ਇਹ ਨਹੀਂ ਉਹਨੂੰ ਭਾਉਂਦੀਆਂ, ਇਹ ਸਾਡੇ ਲਈ ਵੀ ਚੰਗੀਆਂ ਨਹੀਂ। ਜੋ ਹਰੀ ਨੂੰ ਭਾਉਂਦਾ ਹੈ ਉਹੀ ਸਾਡੇ ਲਈ ਚੰਗਾ ਹੈ। ਸਾਈਂ ਨੇ ਜੋ ਕੀਤਾ ਹੈ ਜਾਂ ਜੋ ਕਰ ਰਿਹਾ ਹੈ ਜਾਂ ਜੋ ਕਰੇਗਾ ਉਹ ਭਲਾ ਹੀ ਕਰੇਗਾ, ਉਹਦੇ ਤੋਂ ਕਦੇ ਕਿਸੇ ਦਾ ਬੁਰਾ ਨਹੀਂ। ਸਾਡੇ ਆਪਣੇ ਕਰਮ ਹੀ ਨੇ ਜਿਹੜੇ ਸਾਨੂੰ ਬੁਰਾ ਫਲ ਦੇ ਕਰਕੇ ਸਾਡੇ ਸਨਮੁਖ ਆਉਂਦੇ ਹੈ। ਤੋ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਜੋ ਭਾਵੇ ਉਹੀ ਸਾਡੇ ਲਈ ਚੰਗਾ ਹੈ। ਸਤਿਗੁਰੂ ਜੀ ਕਿਰਪਾ ਕਰਨ,
ਸਾਹਿਬ ਆਪਣੀ ਰਜਾ ਵਿੱਚ ਚੱਲਣ ਦੀ ਤਾਕਤ, ਮਾਣ, ਬਲ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ। ਗੁਰੂ ਸਾਹਿਬ ਦੀ ਦਇਆ ਦੇ ਨਾਲ, ਸਤਿਗੁਰਾਂ ਦੀ ਕਿਰਪਾ ਦੇ ਨਾਲ, ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਆਪ ਸਾਰੀ ਸੰਗਤ ਨਾਲ ਸਾਂਝੀ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਇੱਕ ਵਾਰ ਫੇਰ ਸਮੁੱਚੀਆਂ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ।